ਸਾਰਿਆਂ ਦਾ ਮੇਰੇ YouTube ਚੈਨਲ ਉੱਤੇ ਸਵਾਗਤ ਹੈ। ਅਸੀਂ ਸਾਇੰਸ ਵਿਸ਼ੇ ਦਾ 8ਵੀਂ ਜਮਾਤ ਦੇ ਪਹਿਲਾ ਚੈਪਟਰ ਕਰੋਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ ਭਾਵ ਫਸਲ ਉਤਪਾਦਨ ਅਤੇ ਪ੍ਰਬੰਧਨ ਬਾਰੇ ਪੜ੍ਹਾਂਗੇ। ਇਹ ਟੌਪਿਕ ਪੀ.ਐਸ.ਟੈਟ ਦੀ ਤਿਆਰੀ ਅਤੇ ਸੀ.ਟੈਟ ਦੀ ਸਾਇੰਸ ਵਿਸ਼ੇ ਦੀ ਤਿਆਰੀ ਲਈ ਮਹੱਤਵਪੂਰਨ ਹੈ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜਾਵੇ ਤਾਂ ਜੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ। ਆਓ ਅਸੀਂ ਅੱਜ ਦੇ ਟੌਪਿਕ ਬਾਰੇ ਗੱਲਬਾਤ ਕਰਦੇ ਹਾਂ। ਫਸਲ ਉਤਪਾਦਨ ਅਤੇ ਪ੍ਰਬੰਧਨ, ਜਿਸ ਦੀ ਸਹਾਇਤਾ ਨਾਲ ਖੇਤਾਂ ਵਿੱਚ ਫਸਲਾਂ ਦੇ ਬੀਜਣ ਤੋਂ ਕੱਟਣ ਅਤੇ ਕੱਟਣ ਤੋਂ ਉਹਨਾਂ ਦੀ ਸਾਂਭ ਸੰਭਾਲ ਦੀ ਯੋਜਨਾ ਬਣਾਈ ਜਾਂਦੀ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਰੋਪ ਭਾਵ ਫਸਲ ਬਾਰੇ ਗੱਲਬਾਤ ਕਰਦੇ ਹਾਂ। ਜਦੋਂ ਇੱਕੋ ਕਿਸਮ ਦੇ ਪੌਦੇ ਵੱਡੇ ਪੈਮਾਨੇ ਤੇ ਇੱਕ ਜਗ੍ਹਾ ਤੇ ਕਾਸ਼ਤ ਲਈ ਬੀਜੇ ਜਾਂਦੇ ਹਨ, ਇਸ ਨੂੰ ਫਸਲ ਕਿਹਾ ਜਾਂਦਾ ਹੈ। ਫਸਲਾਂ ਉਹ ਪੌਦੇ ਹਨ ਜੋ ਭੋਜਨ, ਫਾਈਬਰ, ਬਾਲਣ ਜਾਂ ਹੋਰ ਉਦੇਸ਼ਾਂ ਲਈ ਉਗਾਏ ਅਤੇ ਕਟਾਈ ਜਾਂਦੇ ਹਨ। ਫਸਲਾਂ ਦੀ ਕਾਸ਼ਤ ਖੇਤੀਬਾੜੀ ਦਾ ਇੱਕ ਮਹੱਤਵਪੂਰਨ ਪਹਿਲੂ ਹੈ ਅਤੇ ਵਿਸ਼ਵ ਦੀ ਆਬਾਦੀ ਨੂੰ ਭੋਜਨ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਫਸਲਾਂ ਦੇ ਉਤਪਾਦਨ ਵਿੱਚ ਵੱਖ-ਵੱਖ ਤਰੀਕਿਆਂ ਅਤੇ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਫਸਲਾਂ, ਜਿਵੇਂ ਕਿ ਅਨਾਜ, ਫਲ, ਸਬਜ਼ੀਆਂ ਅਤੇ ਰੇਸ਼ੇ ਦੀ ਕਾਸ਼ਤ ਸ਼ਾਮਲ ਹੁੰਦੀ ਹੈ। ਫਸਲਾਂ ਨੂੰ ਦੋ ਮੁੱਖ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ: ਖੁਰਾਕੀ ਫਸਲਾਂ ਅਤੇ ਨਕਦੀ ਫਸਲਾਂ। ਖੁਰਾਕੀ ਫਸਲਾਂ ਮੁੱਖ ਤੌਰ ਤੇ ਮਨੁੱਖੀ ਖਪਤ ਲਈ ਉਗਾਈਆਂ ਜਾਂਦੀਆਂ ਹਨ, ਜਿਸ ਵਿੱਚ ਕਣਕ, ਚਾਵਲ ਸ਼ਾਮਲ ਹਨ। ਜਦੋਂ ਕਿ ਨਕਦੀ ਫਸਲਾਂ ਜਾਂ ਵਪਾਰਕ ਫਸਲਾਂ ਵਪਾਰਕ ਉਦੇਸ਼ਾਂ ਲਈ ਉਗਾਈਆਂ ਜਾਂਦੀਆਂ ਹਨ, ਜਿਵੇਂ ਕਿ ਕੱਪੜਾ ਬਣਾਉਣ ਲਈ ਕੱਚਾ ਮਾਲ ਕਪਾਹ ਤਿਆਰ ਕਰਨਾ। ਭਾਰਤ ਇੱਕ ਵਿਸ਼ਾਲ ਦੇਸ਼ ਹੈ। ਜਲਵਾਯੂ, ਤਾਪਮਾਨ, ਨਮੀ ਵਰਗੀਆਂ ਸਥਿਤੀਆਂ ਅਤੇ ਬਾਰਸ਼ ਇੱਕ ਖੇਤਰ ਦੂਜੇ ਖੇਤਰ ਤੋਂ ਵੱਖਰੀ ਹੁੰਦੀ ਹੈ। ਇਸ ਵਿਭਿੰਨਤਾ ਦੇ ਬਾਵਜੂਦ ਦੋ ਵਿਆਪਕ ਫਸਲੀ ਪੈਟਰਨ ਬਣੇ ਹੋਏ ਹਨ। ਪਹਿਲਾ ਖਰੀਫ ਦੀਆਂ ਫਸਲਾਂ ਜਾਂ ਸਾਉਣੀ ਦੀਆਂ ਫਸਲਾਂ, ਦੂਜਾ ਰੱਬੀ ਦੀਆਂ ਫਸਲਾਂ ਜਾਂ ਹਾੜ੍ਹੀ ਦੀਆਂ ਫਸਲਾਂ। ਇਹਨਾਂ ਬਾਰੇ ਗੱਲਬਾਤ ਕਰਦੇ ਹਾਂ। ਖਰੀਫ ਦੀਆਂ ਫਸਲਾਂ ਜਾਂ ਸਾਉਣੀ ਦੀਆਂ ਫਸਲਾਂ। ਸਾਉਣੀ ਦੀਆਂ ਫਸਲਾਂ ਉਹ ਫਸਲਾਂ ਹਨ ਜੋ ਭਾਰਤ ਵਿੱਚ ਮਾਨਸੂਨ ਸੀਜ਼ਨ ਦੌਰਾਨ ਉਗਾਈਆਂ ਜਾਂਦੀਆਂ ਹਨ, ਜੋ ਆਮ ਤੌਰ ਤੇ ਜੂਨ ਤੋਂ ਸਤੰਬਰ ਤੱਕ ਰਹਿੰਦੀਆਂ ਹਨ। ਇਹਨਾਂ ਫਸਲਾਂ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਅਤੇ ਬਰਸਾਤ ਦੇ ਸ਼ੁਰੂ ਵਿੱਚ ਬੀਜੀਆਂ ਜਾਂਦੀਆਂ ਹਨ। ਇਹਨਾਂ ਦੀ ਕਟਾਈ ਸਤੰਬਰ ਅਤੇ ਅਕਤੂਬਰ ਦੇ ਵਿਚਕਾਰ ਕੀਤੀ ਜਾਂਦੀ ਹੈ। ਇਹਨਾਂ ਦੀਆਂ ਉਦਾਹਰਨਾਂ ਬਾਰੇ ਗੱਲਬਾਤ ਕਰਦੇ ਹਾਂ। ਚਾਵਲ। ਚੌਲ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਸਾਉਣੀ ਦੀ ਫਸਲ ਹੈ। ਇਹ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਉਗਾਇਆ ਜਾਂਦਾ ਹੈ। ਚੌਲਾਂ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਅਤੇ ਜ਼ਿਆਦਾਤਰ ਨੀਵੇਂ ਇਲਾਕਿਆਂ ਜਾਂ ਨਦੀਆਂ ਦੇ ਨੇੜੇ ਕਾਸ਼ਤ ਕੀਤੀ ਜਾਂਦੀ ਹੈ। ਮੱਕੀ। ਮੱਕੀ ਸਾਉਣੀ ਦੀ ਇੱਕ ਹੋਰ ਮਹੱਤਵਪੂਰਨ ਫਸਲ ਹੈ। ਇਹ ਭਾਰਤ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਉਗਾਇਆ ਜਾਂਦਾ ਹੈ, ਪਰ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵਧੇਰੇ ਪ੍ਰਸਿੱਧ ਹੈ। ਮੱਕੀ ਦੀ ਵਰਤੋਂ ਮਨੁੱਖੀ ਖਪਤ ਅਤੇ ਪਸ਼ੂਆਂ ਦੇ ਚਾਰੇ ਦੋਵਾਂ ਲਈ ਕੀਤੀ ਜਾਂਦੀ ਹੈ। ਬਾਜਰੇ। ਬਾਜਰੇ ਜਿਵੇਂ ਜਵਾਰ, ਬਾਜਰਾ ਅਤੇ ਰਾਗੀ ਵੀ ਸਾਉਣੀ ਦੀਆਂ ਫਸਲਾਂ ਹਨ। ਇਹ ਉਹਨਾਂ ਖੇਤਰਾਂ ਵਿੱਚ ਉਗਾਈਆਂ ਜਾਂਦੀਆਂ ਹਨ ਜਿੱਥੇ ਮਿੱਟੀ ਮਾੜੀ ਹੈ ਅਤੇ ਬਾਰਸ਼ ਘੱਟ ਹੈ। ਬਾਜਰੇ ਦੀ ਵਰਤੋਂ ਮਨੁੱਖੀ ਖਪਤ ਲਈ ਅਤੇ ਪਸ਼ੂਆਂ ਦੇ ਚਾਰੇ ਵਜੋਂ ਕੀਤੀ ਜਾਂਦੀ ਹੈ। ਕਪਾਹ। ਕਪਾਹ ਸਾਉਣੀ ਦੇ ਸੀਜ਼ਨ ਦੌਰਾਨ ਉਗਾਈ ਜਾਣ ਵਾਲੀ ਇੱਕ ਮਹੱਤਵਪੂਰਨ ਨਕਦੀ ਵਾਲੀ ਫਸਲ ਹੈ। ਭਾਰਤ ਦੇ ਮੱਧ ਅਤੇ ਦੱਖਣੀ ਹਿੱਸਿਆਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਕਪਾਹ ਦੀ ਵਰਤੋਂ ਟੈਕਸਟਾਈਲ, ਕੱਪੜੇ ਅਤੇ ਹੋਰ ਉਤਪਾਦ ਬਣਾਉਣ ਲਈ ਕੀਤੀ ਜਾਂਦੀ ਹੈ। ਗੰਨਾ।
ਗੰਨਾ ਸਾਉਣੀ ਦੇ ਸੀਜ਼ਨ ਦੌਰਾਨ ਉਗਾਈ ਜਾਣ ਵਾਲੀ ਇੱਕ ਹੋਰ ਮਹੱਤਵਪੂਰਨ ਨਕਦੀ ਵਾਲੀ ਫਸਲ ਹੈ। ਭਾਰਤ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਗੰਨੇ ਦੀ ਵਰਤੋਂ ਖੰਡ, ਗੁੜ ਅਤੇ ਹੋਰ ਮਿੱਠੇ ਬਣਾਉਣ ਲਈ ਕੀਤੀ ਜਾਂਦੀ ਹੈ। ਮੂੰਗਫਲੀ ਜਾਂ ਮੂੰਗਫਲੀ ਸਾਉਣੀ ਦੇ ਸੀਜ਼ਨ ਦੌਰਾਨ ਉਗਾਈ ਜਾਣ ਵਾਲੀ ਇੱਕ ਮਹੱਤਵਪੂਰਨ ਤੇਲ ਬੀਜ ਫਸਲ ਹੈ। ਭਾਰਤ ਦੇ ਦੱਖਣੀ ਅਤੇ ਪੱਛਮੀ ਹਿੱਸਿਆਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਮੂੰਗਫਲੀ ਦਾ ਤੇਲ ਖਾਣਾ ਪਕਾਉਣ ਅਤੇ ਪ੍ਰੋਟੀਨ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਸੋਇਆਬੀਨ ਸਾਉਣੀ ਦੇ ਸੀਜ਼ਨ ਦੌਰਾਨ ਉਗਾਈ ਜਾਣ ਵਾਲੀ ਇੱਕ ਹੋਰ ਮਹੱਤਵਪੂਰਨ ਤੇਲ ਬੀਜ ਫਸਲ ਹੈ। ਭਾਰਤ ਦੇ ਮੱਧ ਅਤੇ ਪੱਛਮੀ ਹਿੱਸਿਆਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਸੋਇਆਬੀਨ ਦਾ ਤੇਲ ਖਾਣਾ ਪਕਾਉਣ ਅਤੇ ਪ੍ਰੋਟੀਨ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਸਾਉਣੀ ਦੀਆਂ ਫਸਲਾਂ ਭਾਰਤ ਦੇ ਖੇਤੀਬਾੜੀ ਸੈਕਟਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਦੂਜੀ ਕਿਸਮ, ਰੱਬੀ ਦੀਆਂ ਫਸਲਾਂ ਜਾਂ ਹਾੜੀ ਦੀਆਂ ਫਸਲਾਂ। ਹਾੜੀ ਦੀਆਂ ਫਸਲਾਂ ਭਾਰਤ ਵਿੱਚ ਸਰਦੀਆਂ ਦੇ ਮੌਸਮ ਵਿੱਚ ਉਗਾਈਆਂ ਜਾਂਦੀਆਂ ਫਸਲਾਂ ਹਨ, ਜੋ ਆਮ ਤੌਰ ਤੇ ਅਕਤੂਬਰ ਤੋਂ ਮਾਰਚ ਤੱਕ ਰਹਿੰਦੀਆਂ ਹਨ। ਇਹਨਾਂ ਫਸਲਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਬਰਸਾਤ ਦੇ ਅੰਤ ਵਿੱਚ ਬੀਜੀਆਂ ਜਾਂਦੀਆਂ ਹਨ। ਇਹਨਾਂ ਦੀ ਕਟਾਈ ਫਰਵਰੀ ਅਤੇ ਅਪ੍ਰੈਲ ਦੇ ਵਿਚਕਾਰ ਕੀਤੀ ਜਾਂਦੀ ਹੈ। ਇੱਥੇ ਹਾੜੀ ਦੀਆਂ ਫਸਲਾਂ ਦੀਆਂ ਕੁਝ ਉਦਾਹਰਨਾਂ ਹਨ। ਕਣਕ, ਭਾਰਤ ਵਿੱਚ ਕਣਕ ਸਭ ਤੋਂ ਮਹੱਤਵਪੂਰਨ ਹਾੜੀ ਦੀ ਫਸਲ ਹੈ। ਇਹ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਉਗਾਇਆ ਜਾਂਦਾ ਹੈ। ਕਣਕ ਨੂੰ ਮੁਕਾਬਲਤਨ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਜ਼ਿਆਦਾਤਰ ਭਾਰਤ ਦੇ ਉੱਤਰੀ ਹਿੱਸਿਆਂ ਵਿੱਚ ਕਾਸ਼ਤ ਕੀਤੀ ਜਾਂਦੀ ਹੈ। ਜੌਂ ਹਾੜੀ ਦੀ ਇੱਕ ਹੋਰ ਮਹੱਤਵਪੂਰਨ ਫਸਲ ਹੈ। ਇਹ ਭਾਰਤ ਦੇ ਉੱਤਰੀ ਅਤੇ ਮੱਧ ਭਾਗਾਂ ਵਿੱਚ ਉਗਾਇਆ ਜਾਂਦਾ ਹੈ। ਜੌਂ ਦੀ ਵਰਤੋਂ ਮਨੁੱਖੀ ਖਪਤ ਲਈ ਅਤੇ ਪਸ਼ੂਆਂ ਦੇ ਚਾਰੇ ਵਜੋਂ ਕੀਤੀ ਜਾਂਦੀ ਹੈ। ਸਰੋਂ ਹਾੜੀ ਦੇ ਸੀਜ਼ਨ ਦੌਰਾਨ ਉਗਾਈ ਜਾਣ ਵਾਲੀ ਇੱਕ ਮਹੱਤਵਪੂਰਨ ਤੇਲ ਬੀਜ ਫਸਲ ਹੈ। ਭਾਰਤ ਦੇ ਉੱਤਰੀ ਅਤੇ ਮੱਧ ਭਾਗਾਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਸਰੋਂ ਦਾ ਤੇਲ ਖਾਣਾ ਪਕਾਉਣ ਅਤੇ ਪ੍ਰੋਟੀਨ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਛੋਲੇ ਜਾਂ ਛੋਲੇ ਹਾੜੀ ਦੇ ਸੀਜ਼ਨ ਦੌਰਾਨ ਉਗਾਈ ਜਾਣ ਵਾਲੀ ਮਹੱਤਵਪੂਰਨ ਦਾਲਾਂ ਦੀ ਫਸਲ ਹੈ। ਭਾਰਤ ਦੇ ਉੱਤਰੀ ਅਤੇ ਮੱਧ ਭਾਗਾਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਛੋਲਿਆਂ ਦੀ ਵਰਤੋਂ ਮਨੁੱਖੀ ਖਪਤ ਅਤੇ ਪਸ਼ੂਆਂ ਦੇ ਚਾਰੇ ਵਜੋਂ ਕੀਤੀ ਜਾਂਦੀ ਹੈ। ਮਟਰ ਹਾੜੀ ਦੇ ਸੀਜ਼ਨ ਦੌਰਾਨ ਉਗਾਈ ਜਾਣ ਵਾਲੀ ਇੱਕ ਹੋਰ ਮਹੱਤਵਪੂਰਨ ਦਾਲਾਂ ਦੀ ਫਸਲ ਹੈ। ਇਹਨਾਂ ਦੀ ਕਾਸ਼ਤ ਭਾਰਤ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ। ਮਟਰ ਮਨੁੱਖੀ ਖਪਤ ਲਈ ਅਤੇ ਪਸ਼ੂਆਂ ਦੇ ਚਾਰੇ ਵਜੋਂ ਵਰਤੇ ਜਾਂਦੇ ਹਨ। ਦਾਲ ਜਾਂ ਮਸੂਰ ਦਾਲ ਹਾੜੀ ਦੇ ਸੀਜ਼ਨ ਦੌਰਾਨ ਉਗਾਈ ਜਾਣ ਵਾਲੀ ਮਹੱਤਵਪੂਰਨ ਦਾਲਾਂ ਦੀ ਫਸਲ ਹੈ। ਭਾਰਤ ਦੇ ਉੱਤਰੀ ਅਤੇ ਮੱਧ ਭਾਗਾਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਦਾਲਾਂ ਦੀ ਵਰਤੋਂ ਮਨੁੱਖੀ ਖਪਤ ਅਤੇ ਪਸ਼ੂਆਂ ਦੇ ਚਾਰੇ ਵਜੋਂ ਕੀਤੀ ਜਾਂਦੀ ਹੈ। ਤੇਲ ਬੀਜ ਹੋਰ ਤੇਲ ਬੀਜ ਜਿਵੇਂ ਕਿ ਤਿਲ, ਸੂਰਜਮੁਖੀ ਅਤੇ ਅਲਸੀ ਵੀ ਹਾੜੀ ਦੇ ਸੀਜ਼ਨ ਦੌਰਾਨ ਉਗਾਏ ਜਾਂਦੇ ਹਨ। ਇਹਨਾਂ ਦੀ ਕਾਸ਼ਤ ਭਾਰਤ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ। ਇਹਨਾਂ ਬੀਜਾਂ ਤੋਂ ਕੱਢੇ ਗਏ ਤੇਲ ਨੂੰ ਖਾਣਾ ਪਕਾਉਣ ਅਤੇ ਪ੍ਰੋਟੀਨ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਸਿੱਟੇ ਵਜੋਂ, ਹਾੜੀ ਦੀਆਂ ਫਸਲਾਂ ਵੀ ਭਾਰਤ ਦੇ ਖੇਤੀਬਾੜੀ ਸੈਕਟਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਫਸਲ ਨੂੰ ਖੇਤ ਵਿੱਚ ਪੈਦਾ ਕਰਨ ਤੋਂ ਕੱਟਣ ਅਤੇ ਕੱਟਣ ਤੋਂ ਬਾਅਦ ਸਾਂਭ ਸੰਭਾਲ ਲਈ ਕਈ ਵਿਧੀਆਂ ਵਿੱਚੋਂ ਦੀ ਲੰਘਣਾ ਪੈਂਦਾ ਹੈ, ਜਿਨ੍ਹਾਂ ਬਾਰੇ ਅਸੀਂ ਹੁਣ ਗੱਲਬਾਤ ਕਰਾਂਗੇ।
ਇਹ ਪ੍ਰਕਿਰਿਆ ਦੇ ਭਾਗ ਹਨ। ਮਿੱਟੀ ਦੀ ਤਿਆਰੀ, ਬਿਜਾਈ, ਰੂੜੀ ਖਾਦ ਅਤੇ ਰਸਾਇਣਕ ਖਾਦ ਪਾਉਣਾ, ਸਿੰਚਾਈ, ਨਦੀਨਾਂ ਤੋਂ ਸੁਰੱਖਿਆ, ਵਾਢੀ, ਸਟੋਰੇਜ, ਇਹਨਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਮਿੱਟੀ ਦੀ ਤਿਆਰੀ। ਵੱਖ-ਵੱਖ ਉਦੇਸ਼ਾਂ ਲਈ ਮਿੱਟੀ ਨੂੰ ਤਿਆਰ ਕਰਨ ਵਿੱਚ ਖਾਸ ਕੰਮ ਦੇ ਆਧਾਰ ਤੇ ਕਈ ਤਰ੍ਹਾਂ ਦੀਆਂ ਤਕਨੀਕਾਂ ਅਤੇ ਯੰਤਰ ਸ਼ਾਮਲ ਹੋ ਸਕਦੇ ਹਨ। ਮਿੱਟੀ ਨੂੰ ਤਿਆਰ ਕਰਨ ਤੋਂ ਪਹਿਲਾਂ ਕਿਸੇ ਅਣਚਾਹੇ ਬਨਸਪਤੀ ਜਾਂ ਮਲਬੇ ਦੇ ਖੇਤਰ ਨੂੰ ਸਾਫ਼ ਕਰਨਾ ਮਹੱਤਵਪੂਰਨ ਹੈ। ਇਹ ਮਸ਼ੀਨ ਜਾਂ ਬੁਰਸ਼ ਕਟਰ ਵਰਗੇ ਸਾਧਨਾਂ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ। ਫਸਲ ਉਗਾਉਣ ਲਈ ਸਭ ਤੋਂ ਪਹਿਲਾ ਕੰਮ ਹੈ ਖੇਤ ਜਾਂ ਭੂਮੀ ਦੀ ਤਿਆਰੀ। ਖੇਤੀਬਾੜੀ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਮਿੱਟੀ ਨੂੰ ਪੁੱਟਣਾ ਤੇ ਪੋਲਾ ਕਰਨਾ ਹੈ। ਇਸ ਤਰ੍ਹਾਂ ਕਰਨ ਨਾਲ ਪੌਦਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਮਿੱਟੀ ਅੰਦਰ ਡੂੰਘੀਆਂ ਧੱਸ ਸਕਦੀਆਂ ਹਨ। ਪੋਲੀ ਮਿੱਟੀ ਵਿੱਚ ਜੜ੍ਹਾਂ ਡੂੰਘਾਈ ਵਿੱਚ ਵੀ ਆਸਾਨੀ ਨਾਲ ਸਾਹ ਲੈ ਸਕਦੀਆਂ ਹਨ। ਪੋਲੀ ਮਿੱਟੀ ਗੰਡੋਇਆਂ ਅਤੇ ਸੂਖਮ ਜੀਵਾਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੀ ਹੈ। ਇਹ ਜੀਵ ਜੰਤੂ ਕਿਸਾਨ ਦੇ ਮਿੱਤਰ ਹਨ ਕਿਉਂਕਿ ਇਹ ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਵਿੱਚ ਕਿਸਾਨ ਦੀ ਮਦਦ ਕਰਦੇ ਹਨ ਅਤੇ ਮਿੱਟੀ ਵਿੱਚ ਮੌਲੜ ਦੀ ਮਾਤਰਾ ਵਧਾਉਂਦੇ ਹਨ। ਮਿੱਟੀ ਵਿੱਚ ਖਣਿਜ ਪਾਣੀ ਹਵਾ ਅਤੇ ਕੁਝ ਜੀਵ ਜੰਤੂ ਮੌਜੂਦ ਹੁੰਦੇ ਹਨ। ਇਹਨਾਂ ਤੋਂ ਇਲਾਵਾ ਜੀਵਾਣੂ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਦਾ ਅਪਘਟਨ ਕਰਕੇ ਮਲੜ ਵਿੱਚ ਬਦਲ ਦਿੰਦੇ ਹਨ ਅਤੇ ਮਿੱਟੀ ਵਿੱਚ ਮਿਲਾ ਦਿੰਦੇ ਹਨ। ਇਸ ਤਰ੍ਹਾਂ ਸਜੀਵਾਂ ਵਿਚਲੇ ਪੋਸ਼ਕ ਤੱਤ ਮਿੱਟੀ ਵਿੱਚ ਪਹੁੰਚ ਜਾਂਦੇ ਹਨ। ਇਹ ਪੋਸ਼ਕ ਤੱਤ ਦੁਬਾਰਾ ਪੌਦਿਆਂ ਰਾਹੀਂ ਸੋਖ ਲਏ ਜਾਂਦੇ ਹਨ। ਕਿਉਂਕਿ ਉੱਪਰਲੀ ਮਿੱਟੀ ਦੀ ਸਭ ਤੋਂ ਉੱਪਰਲੀ ਕੁਝ ਸੈਂਟੀਮੀਟਰ ਮੋਟੀ ਪਰਤ ਹੀ ਪੌਦਿਆਂ ਦੇ ਵਾਧੇ ਲਈ ਸਹਾਇਕ ਹੁੰਦੀ ਹੈ। ਮਿੱਟੀ ਨੂੰ ਉਲਟਾਉਣ ਪਲਟਾਉਣ ਨਾਲ ਹੇਠਲੀ ਪੋਸ਼ਕ ਤੱਤਾਂ ਨਾਲ ਭਰਪੂਰ ਮਿੱਟੀ ਉੱਪਰ ਆ ਜਾਂਦੀ ਹੈ ਅਤੇ ਪੌਦੇ ਇਹਨਾਂ ਪੋਸ਼ਕ ਤੱਤਾਂ ਦਾ ਉਪਯੋਗ ਆਸਾਨੀ ਨਾਲ ਕਰ ਸਕਦੇ ਹਨ। ਇਸ ਲਈ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਉਲਟਾਉਣਾ ਪਲਟਾਉਣਾ ਬਹੁਤ ਮਹੱਤਵਪੂਰਨ ਹੈ। ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਦੀ ਪ੍ਰਕਿਰਿਆ ਨੂੰ ਹਲ ਵਾਹੁਣਾ ਕਹਿੰਦੇ ਹਨ। ਅਜਿਹਾ ਕਰਨ ਲਈ ਕਈ ਤਰ੍ਹਾਂ ਦੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਮੁੱਖ ਔਜ਼ਾਰ ਹਨ ਹਲ, ਕਰਾਹ, ਸੁਹਾਗਾ, ਕਰੰਡੀ। ਇਹਨਾਂ ਬਾਰੇ ਗੱਲਬਾਤ ਕਰਦੇ ਹਾਂ। ਹਲ ਖੇਤੀ ਸੰਦ ਦੀ ਵਿਆਖਿਆ। akritaffuture67@gmail.com ਹਲ ਖੇਤੀ ਸੰਦ ਦੀ ਪੂਰੀ ਵਿਆਖਿਆ। ਹਲ ਇੱਕ ਖੇਤੀ ਸੰਦ ਹੈ ਜੋ ਮਿੱਟੀ ਨੂੰ ਵਾਹੁਣ ਅਤੇ ਫਸਲਾਂ ਬੀਜਣ ਲਈ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਇਹ ਹਜ਼ਾਰਾਂ ਸਾਲਾਂ ਤੋਂ ਪੁਰਾਣੇ ਅਤੇ ਸਭ ਤੋਂ ਮਹੱਤਵਪੂਰਨ ਖੇਤੀਬਾੜੀ ਸੰਦਾਂ ਵਿੱਚੋਂ ਇੱਕ ਹੈ। ਹਲ ਵਿੱਚ ਇੱਕ ਬਲੇਡ ਜਾਂ ਕਈ ਬਲੇਡ ਹੁੰਦੇ ਹਨ, ਜਿਨ੍ਹਾਂ ਨੂੰ ਹਲਵਾਰ ਕਿਹਾ ਜਾਂਦਾ ਹੈ, ਜੋ ਇੱਕ ਫਰੇਮ ਜਾਂ ਬੀਮ ਨਾਲ ਜੁੜੇ ਹੁੰਦੇ ਹਨ। ਹਲ ਦੇ ਹਿੱਸੇ ਮਿੱਟੀ ਨੂੰ ਕੱਟਣ ਅਤੇ ਇਸ ਨੂੰ ਉਲਟਾਉਣ ਲਈ ਤਿਆਰ ਕੀਤੇ ਗਏ ਹਨ, ਤਾਜ਼ੀ ਮਿੱਟੀ ਦਾ ਪਰਦਾਫਾਸ਼ ਕਰਦੇ ਹਨ ਅਤੇ ਨਦੀਨਾਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਦੱਬਦੇ ਹਨ। ਹਲ ਦਾ ਫਰੇਮ ਆਮ ਤੌਰ ਤੇ ਲੱਕੜ ਦਾ ਬਣਿਆ ਹੁੰਦਾ ਹੈ, ਹਾਲਾਂਕਿ ਆਧੁਨਿਕ ਹਲ ਸਟੀਲ ਜਾਂ ਹੋਰ ਸਮੱਗਰੀ ਦੀ ਵਰਤੋਂ ਕਰ ਸਕਦੇ ਹਨ। ਫਰੇਮ ਵਿੱਚ ਇੱਕ ਸ਼ਤੀਰ ਹੁੰਦਾ ਹੈ ਜੋ ਹਲ ਦੇ ਅਗਲੇ ਹਿੱਸੇ ਤੋਂ ਖਿਤਿਜੀ ਤੌਰ ਤੇ ਫੈਲਦਾ ਹੈ, ਅਤੇ ਇੱਕ ਹੈਂਡਲ ਜਾਂ ਹੈਂਡਲ ਜੋ ਹਲ ਨੂੰ ਚਲਾਉਣ ਲਈ ਵਰਤੇ ਜਾਂਦੇ ਹਨ। ਸ਼ਤੀਰ ਨੂੰ ਹਲ ਅਤੇ ਹਲ ਦੇ ਹੋਰ ਹਿੱਸਿਆਂ ਨਾਲ ਜੋੜਿਆ ਜਾਂਦਾ ਹੈ, ਜਿਵੇਂ ਕਿ ਮੋਲਡਬੋਰਡ, ਜੋ ਕਿ ਧਾਤ ਜਾਂ ਲੱਕੜ ਦਾ ਕਰਵ ਟੁਕੜਾ ਹੈ ਜੋ ਮਿੱਟੀ ਦੇ ਉੱਪਰ ਘੁੰਮਦਾ ਹੈ। ਹਲ ਨੂੰ ਜਾਨਵਰਾਂ ਜਿਵੇਂ ਕਿ ਘੋੜੇ ਜਾਂ ਬਲਦ, ਜਾਂ ਟਰੈਕਟਰ ਜਾਂ ਹੋਰ ਮਸ਼ੀਨਰੀ ਦੁਆਰਾ ਖਿੱਚਿਆ ਜਾ ਸਕਦਾ ਹੈ। ਹਲ ਆਮ ਤੌਰ ਤੇ ਜਾਨਵਰ ਜਾਂ ਵਾਹਨ ਨਾਲ ਅੜਿੱਕੇ ਜਾਂ ਜੂਲੇ ਨਾਲ ਜੁੜਿਆ ਹੁੰਦਾ ਹੈ। ਹਲ ਦੇ ਹਿੱਸੇ ਨੂੰ ਮਿੱਟੀ ਵਿੱਚ ਖਿੱਚਿਆ ਜਾਂਦਾ ਹੈ, ਇੱਕ ਖੁਰਲੀ ਨੂੰ ਕੱਟ ਕੇ ਅਤੇ ਮਿੱਟੀ ਨੂੰ ਮੋੜਿਆ ਜਾਂਦਾ ਹੈ। ਮੋਲਡਬੋਰਡ ਫਿਰ ਮਿੱਟੀ ਨੂੰ ਮੋੜ ਦਿੰਦਾ ਹੈ ਅਤੇ ਨਦੀਨਾਂ ਅਤੇ ਫਸਲਾਂ ਦੀ ਰਹਿੰਦ
ਖੂੰਹਦ ਨੂੰ ਦੱਬ ਦਿੰਦਾ ਹੈ। ਹਲ ਨੇ ਖੇਤੀਬਾੜੀ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਜਿਸ ਨਾਲ ਜ਼ਮੀਨ ਦੇ ਵੱਡੇ ਖੇਤਰਾਂ ਵਿੱਚ ਵਧੇਰੇ ਕੁਸ਼ਲਤਾ ਅਤੇ ਪ੍ਰਭਾਵੀ ਢੰਗ ਨਾਲ ਖੇਤੀ ਕਰਨਾ ਸੰਭਵ ਹੋ ਗਿਆ ਹੈ। ਹਲ ਦੀ ਵਰਤੋਂ ਨੇ ਕਿਸਾਨਾਂ ਨੂੰ ਫਸਲਾਂ ਦੀ ਪੈਦਾਵਾਰ ਵਧਾਉਣ ਅਤੇ ਆਪਣੀਆਂ ਫਸਲਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਯੋਗ ਬਣਾਇਆ ਹੈ। ਦੂਜਾ ਔਜ਼ਾਰ ਕਰਾ, ਮਿੱਟੀ ਨੂੰ ਢਿੱਲੀ ਕਰਨ ਅਤੇ ਹਵਾ ਦੇਣ, ਜੰਗਲੀ ਬੂਟੀ ਨੂੰ ਹਟਾਉਣ ਅਤੇ ਬੀਜਣ ਲਈ ਮਿੱਟੀ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਇਹ ਅਕਸਰ ਇੱਕ ਹਲ ਨਾਲ ਜੋੜ ਕੇ ਵਰਤਿਆ ਜਾਂਦਾ ਹੈ ਅਤੇ ਆਧੁਨਿਕ ਖੇਤੀਬਾੜੀ ਵਿੱਚ ਇੱਕ ਮਹੱਤਵਪੂਰਨ ਸੰਦ ਹੈ। ਇੱਕ ਕਾਸ਼ਤਕਾਰ ਵਿੱਚ ਆਮ ਤੌਰ ਤੇ ਕਰਵ ਜਾਂ ਸਿੱਧੀਆਂ ਟਾਈਨਾਂ ਦੀ ਇੱਕ ਲੜੀ ਹੁੰਦੀ ਹੈ, ਜੋ ਇੱਕ ਫਰੇਮ ਨਾਲ ਜੁੜੀਆਂ ਹੁੰਦੀਆਂ ਹਨ ਜਿਸ ਨੂੰ ਜਾਨਵਰ ਜਾਂ ਵਾਹਨ ਦੁਆਰਾ ਖਿੱਚਿਆ ਜਾ ਸਕਦਾ ਹੈ। ਇੱਕ ਕਾਸ਼ਤਕਾਰ ਦੀਆਂ ਟਾਈਨਾਂ ਮਿੱਟੀ ਵਿੱਚ ਪ੍ਰਵੇਸ਼ ਕਰਨ ਅਤੇ ਗੰਦਗੀ ਦੇ ਝੁੰਡਾਂ ਨੂੰ ਤੋੜਨ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਮਿੱਟੀ ਨੂੰ ਢਿੱਲੀ ਕਰਨ ਵਿੱਚ ਮਦਦ ਕਰਦਾ ਹੈ ਅਤੇ ਫਸਲਾਂ ਨੂੰ ਬੀਜਣਾ ਆਸਾਨ ਬਣਾਉਂਦਾ ਹੈ। ਟਾਈਨਾਂ ਨੂੰ ਕਾਸ਼ਤ ਦੀ ਡੂੰਘਾਈ ਨੂੰ ਬਦਲਣ ਲਈ ਵੀ ਐਡਜਸਟ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿਸਾਨਾਂ ਨੂੰ ਫਸਲ ਦੀਆਂ ਲੋੜਾਂ ਦੇ ਆਧਾਰ ਤੇ ਵੱਖ-ਵੱਖ ਡੂੰਘਾਈ ਤੇ ਮਿੱਟੀ ਦਾ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ। ਉਗਾਈ ਜਾ ਰਹੀ ਫਸਲ ਦੀ ਕਿਸਮ ਅਤੇ ਮਿੱਟੀ ਦੀਆਂ ਸਥਿਤੀਆਂ ਤੇ ਨਿਰਭਰ ਕਰਦਿਆਂ ਕਾਸ਼ਤਕਾਰਾਂ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਕੁਝ ਮਾਮਲਿਆਂ ਵਿੱਚ, ਉਹਨਾਂ ਨੂੰ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਵਾਹੁਣ ਲਈ ਵਰਤਿਆ ਜਾਂਦਾ ਹੈ, ਜਦੋਂ ਕਿ ਦੂਜੇ ਮਾਮਲਿਆਂ ਵਿੱਚ, ਉਹਨਾਂ ਦੀ ਵਰਤੋਂ ਫਸਲ ਬੀਜਣ ਤੋਂ ਬਾਅਦ ਨਦੀਨਾਂ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ। ਕਾਸ਼ਤਕਾਰਾਂ ਦੀ ਵਰਤੋਂ ਸੀਡਬੈਡ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ, ਜੋ ਕਿ ਮਿੱਟੀ ਦੀ ਬਾਰੀਕ ਤਿਆਰ ਕੀਤੀ ਪਰਤ ਹੈ ਜੋ ਬੀਜ ਬੀਜਣ ਲਈ ਸੰਪੂਰਨ ਹੈ। ਆਧੁਨਿਕ ਕਾਸ਼ਤਕਾਰ ਵੱਖ-ਵੱਖ ਅਟੈਚਮੈਂਟਾਂ ਨਾਲ ਲੈਸ ਹੋ ਗਈ ਹੈ ਜਿਵੇਂ ਕਿ ਬੀਜ ਡਰਿਲ ਜਾਂ ਖਾਦ ਫੈਲਾਉਣ ਵਾਲੇ, ਜੋ ਉਹਨਾਂ ਨੂੰ ਹੋਰ ਵੀ ਬਹੁਪੱਖੀ ਬਣਾ ਸਕਦੇ ਹਨ। ਕੁਝ ਕਾਸ਼ਤਕਾਰਾਂ ਨੂੰ ਟਰੈਕਟਰਾਂ ਜਾਂ ਹੋਰ ਮਸ਼ੀਨਰੀ ਦੇ ਪਿੱਛੇ ਖਿੱਚਣ ਲਈ ਵੀ ਤਿਆਰ ਕੀਤਾ ਗਿਆ ਹੈ, ਜਿਸ ਨਾਲ ਉਹਨਾਂ ਨੂੰ ਜ਼ਮੀਨ ਦੇ ਵੱਡੇ ਖੇਤਰਾਂ ਵਿੱਚ ਵਰਤਣਾ ਆਸਾਨ ਹੋ ਜਾਂਦਾ ਹੈ। ਸਪਰਿੰਗ ਟੂਥ ਕਲਟੀਵੇਟਰ ਸਮੇਤ ਵੱਖ-ਵੱਖ ਕਿਸਮਾਂ ਦੇ ਕਾਸ਼ਤਕਾਰ ਹੁੰਦੇ ਹਨ, ਜਿਸ ਦੀਆਂ ਕਰਵ ਟਾਈਨਾਂ ਹੁੰਦੀਆਂ ਹਨ ਜੋ ਲਚਕੀਲੇ ਅਤੇ ਸਪਰਿੰਗੀ ਹੁੰਦੀਆਂ ਹਨ, ਜੋ ਉਹਨਾਂ ਨੂੰ ਅਸਮਾਨ ਭੂਮੀ ਦੇ ਅਨੁਕੂਲ ਹੋਣ ਦਿੰਦੀਆਂ ਹਨ। ਇੱਕ ਹੋਰ ਕਿਸਮ ਦਾ ਕਾਸ਼ਤਕਾਰ ਰੋਟਰੀ ਕਾਸ਼ਤਕਾਰ ਹੈ, ਜੋ ਮਿੱਟੀ ਨੂੰ ਤੋੜਨ ਲਈ ਘੁੰਮਦੀਆਂ ਟਾਈਨਾਂ ਜਾਂ ਬਲੇਡਾਂ ਦੀ ਵਰਤੋਂ ਕਰਦਾ ਹੈ। ਸਪਾਈਕ ਟੂਥ ਕਾਸ਼ਤਕਾਰ ਇੱਕ ਹੋਰ ਕਿਸਮ ਦਾ ਕਾਸ਼ਤਕਾਰ ਹੈ ਜਿਸ ਵਿੱਚ ਸਪਾਈਕ ਵਰਗੀਆਂ ਟਾਈਨਾਂ ਹੁੰਦੀਆਂ ਹਨ ਜੋ ਮਿੱਟੀ ਵਿੱਚ ਪ੍ਰਵੇਸ਼ ਕਰਨ ਅਤੇ ਤੋੜਨ ਲਈ ਤਿਆਰ ਕੀਤੀਆਂ ਜਾਂਦੀਆਂ ਹਨ। ਕੁੱਲ ਮਿਲਾ ਕੇ ਕਾਸ਼ਤਕਾਰ ਆਧੁਨਿਕ ਖੇਤੀਬਾੜੀ ਵਿੱਚ ਇੱਕ ਮਹੱਤਵਪੂਰਨ ਸੰਦ ਹਨ, ਜੋ ਕਿਸਾਨਾਂ ਨੂੰ ਬੀਜਣ ਅਤੇ ਸਿਹਤਮੰਦ ਫਸਲਾਂ ਦੀ ਸੰਭਾਲ ਕਰਨ ਲਈ ਆਪਣੀ ਮਿੱਟੀ ਤਿਆਰ ਕਰਨ ਦੀ ਇਜਾਜ਼ਤ ਦਿੰਦੇ ਹਨ। ਇਹ ਇੱਕ ਬਹੁਮੁਖੀ ਸੰਦ ਹਨ ਜੋ ਕਿ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੀ ਮਿੱਟੀ ਅਤੇ ਫਸਲਾਂ ਲਈ ਅਨੁਕੂਲਿਤ ਕੀਤੇ ਜਾ ਸਕਦੇ ਹਨ, ਉਹਨਾਂ ਨੂੰ ਕਿਸੇ ਵੀ ਖੇਤੀ ਸੰਚਾਲਨ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ। ਇੱਕ ਹੋਰ ਔਜ਼ਾਰ ਜੋ ਮਹੱਤਵਪੂਰਨ ਹੈ, ਕਰੰਡੀ ਕੁੱਦੀ ਇੱਕ ਖੇਤੀ ਸੰਦ ਹੈ ਜੋ ਨਦੀਨਾਂ ਨੂੰ ਹਟਾਉਣ ਅਤੇ ਮਿੱਟੀ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਇੱਕ ਲੰਬਾ ਹੈਂਡਲ ਹੁੰਦਾ ਹੈ, ਆਮ ਤੌਰ ਤੇ ਲੱਕੜ ਦਾ ਬਣਿਆ ਹੁੰਦਾ ਹੈ, ਅਤੇ ਇੱਕ ਫਲੈਟ ਜਾਂ ਕਰਵ ਬਲੇਡ ਹੁੰਦਾ ਹੈ ਜੋ ਹੈਂਡਲ ਦੇ ਸਿਰੇ ਨਾਲ ਜੁੜਿਆ ਹੁੰਦਾ ਹੈ। ਕੁੰਡਲੀ ਦਾ ਬਲੇਡ ਆਮ ਤੌਰ ਤੇ ਧਾਤ ਦਾ ਬਣਿਆ ਹੁੰਦਾ ਹੈ, ਪਰ ਇਹ ਲੱਕੜ ਜਾਂ ਹੋਰ ਸਮੱਗਰੀ ਦਾ ਵੀ ਬਣਾਇਆ ਜਾ ਸਕਦਾ ਹੈ। ਕੁੰਡਲੀ ਦੀ ਵਰਤੋਂ ਮਿੱਟੀ ਵਿੱਚ ਧੱਕਣ ਜਾਂ ਖਿੱਚਣ ਦੁਆਰਾ ਕੀਤੀ ਜਾਂਦੀ ਹੈ, ਜਾਂ ਤਾਂ ਅੱਗੇ ਜਾਂ ਪਿੱਛੇ ਦੀ ਗਤੀ ਵਿੱਚ, ਕੁੰਡਲੀ ਦੀ ਕਿਸਮ ਅਤੇ ਹੱਥ ਵਿੱਚ ਕੰਮ ਦੇ ਆਧਾਰ ਤੇ। ਕੁੰਡਲੀ ਦਾ ਬਲੇਡ ਮਿੱਟੀ ਨੂੰ ਕੱਟਣ ਅਤੇ ਨਦੀਨਾਂ ਨੂੰ ਪੁੱਟਣ ਲਈ ਤਿਆਰ ਕੀਤਾ ਗਿਆ ਹੈ,
ਜਿਸ ਨਾਲ ਇਹ ਇੱਕ ਸਿਹਤਮੰਦ ਬਾਗ ਜਾਂ ਖੇਤ ਦੀ ਸਾਂਭ ਸੰਭਾਲ ਲਈ ਇੱਕ ਪ੍ਰਭਾਵਸ਼ਾਲੀ ਸੰਦ ਹੈ। ਬਾਗਬਾਨੀ ਅਤੇ ਖੇਤੀ ਵਿੱਚ ਕੁੰਡੀਆਂ ਇੱਕ ਮਹੱਤਵਪੂਰਨ ਸੰਦ ਹਨ, ਕਿਉਂਕਿ ਇਹ ਕੁਸ਼ਲ ਅਤੇ ਪ੍ਰਭਾਵਸ਼ਾਲੀ ਨਦੀਨ ਨਿਯੰਤਰਣ ਅਤੇ ਮਿੱਟੀ ਦੀ ਤਿਆਰੀ ਲਈ ਸਹਾਇਕ ਹਨ। ਇਹ ਬਹੁਮੁਖੀ ਸੰਦ ਹਨ ਜੋ ਕਿ ਵੱਖ-ਵੱਖ ਕੰਮਾਂ ਲਈ ਵਰਤੇ ਜਾ ਸਕਦੇ ਹਨ। ਉਹਨਾਂ ਨੂੰ ਕਿਸੇ ਵੀ ਮਾਲੀ ਜਾਂ ਕਿਸਾਨ ਦੀ ਟੂਲਕਿਟ ਦਾ ਜ਼ਰੂਰੀ ਹਿੱਸਾ ਬਣਾਉਂਦੇ ਹਨ। ਹੁਣ ਅਸੀਂ ਅਗਲੇ ਪੜਾਅ ਬਿਜਾਈ, ਜਿਸ ਵਿੱਚ ਬੀਜ ਦੀ ਚੋਣ ਕੀਤੀ ਜਾਂਦੀ ਹੈ ਅਤੇ ਉਸ ਨੂੰ ਖੇਤਾਂ ਵਿੱਚ ਬੀਜਿਆ ਜਾਂਦਾ ਹੈ। ਸਹੀ ਬੀਜਾਂ ਦੀ ਚੋਣ ਕਰਨਾ ਬਾਗਬਾਨੀ ਅਤੇ ਖੇਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਆਪਣੇ ਬਗੀਚੇ ਜਾਂ ਫਾਰਮ ਲਈ ਬੀਜਾਂ ਦੀ ਚੋਣ ਕਰਦੇ ਸਮੇਂ ਵਿਚਾਰ ਕਰਨ ਲਈ ਇੱਥੇ ਕੁਝ ਕਾਰਕ ਹਨ। ਜਲਵਾਯੂ, ਉਹ ਬੀਜ ਚੁਣੋ ਜੋ ਤੁਹਾਡੇ ਖੇਤਰ ਦੇ ਮੌਸਮ ਲਈ ਢੁਕਵੇਂ ਹੋਣ। ਕੁਝ ਪੌਦਿਆਂ ਨੂੰ ਠੰਡੇ ਤਾਪਮਾਨ ਦੀ ਲੋੜ ਹੋ ਸਕਦੀ ਹੈ, ਜਦੋਂ ਕਿ ਦੂਸਰੇ ਗਰਮ ਮੌਸਮ ਵਿੱਚ ਵੱਧਦੇ ਫੁੱਲਦੇ ਹਨ। ਇਹ ਯਕੀਨੀ ਬਣਾਉਣ ਲਈ ਬੀਜ ਦੇ ਪੈਕੇਟ ਦੀ ਜਾਂਚ ਕਰੋ ਕਿ ਪੌਦਾ ਤੁਹਾਡੇ ਮੌਸਮ ਵਿੱਚ ਚੰਗੀ ਤਰ੍ਹਾਂ ਵਧੇਗਾ। ਮਿੱਟੀ ਦੀ ਕਿਸਮ, ਕੁਝ ਪੌਦਿਆਂ ਨੂੰ ਖਾਸ ਮਿੱਟੀ ਦੀਆਂ ਕਿਸਮਾਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਤੇਜ਼ਾਬੀ ਜਾਂ ਖਾਰੀ ਮਿੱਟੀ। ਤੁਹਾਡੇ ਬਾਗ ਜਾਂ ਖੇਤ ਦੀ ਮਿੱਟੀ ਲਈ ਢੁਕਵੇਂ ਬੀਜਾਂ ਦੀ ਚੋਣ ਕਰਨਾ ਯਕੀਨੀ ਬਣਾਓ। ਸੂਰਜ ਦੀ ਰੌਸ਼ਨੀ, ਤੁਹਾਡੇ ਬਾਗ ਜਾਂ ਫਾਰਮ ਨੂੰ ਪ੍ਰਾਪਤ ਹੋਣ ਵਾਲੀ ਸੂਰਜ ਦੀ ਰੌਸ਼ਨੀ ਦੀ ਮਾਤਰਾ ਤੇ ਗੌਰ ਕਰੋ। ਕੁਝ ਪੌਦਿਆਂ ਨੂੰ ਪੂਰੀ ਧੁੱਪ ਦੀ ਲੋੜ ਹੁੰਦੀ ਹੈ, ਜਦੋਂ ਕਿ ਦੂਸਰੇ ਅੰਸ਼ਕ ਛਾਂ ਨੂੰ ਤਰਜੀਹ ਦਿੰਦੇ ਹਨ। ਉਹ ਬੀਜ ਚੁਣੋ ਜੋ ਤੁਹਾਡੇ ਬਾਗ ਜਾਂ ਖੇਤ ਵਿੱਚ ਸੂਰਜ ਦੀ ਰੌਸ਼ਨੀ ਦੀ ਮਾਤਰਾ ਲਈ ਢੁਕਵੇਂ ਹੋਣ। ਬੀਜਣ ਦਾ ਮੌਸਮ, ਕੁਝ ਪੌਦੇ ਬਸੰਤ ਰੁੱਤ ਵਿੱਚ ਸਭ ਤੋਂ ਵਧੀਆ ਲਗਾਏ ਜਾਂਦੇ ਹਨ, ਜਦੋਂ ਕਿ ਦੂਸਰੇ ਪਤਝੜ ਲਈ ਵਧੀਆ ਅਨੁਕੂਲ ਹੁੰਦੇ ਹਨ। ਖਾਸ ਪੌਦੇ ਲਈ ਬੀਜਣ ਦਾ ਸਭ ਤੋਂ ਵਧੀਆ ਸੀਜ਼ਨ ਨਿਰਧਾਰਤ ਕਰਨ ਲਈ ਬੀਜ ਦੇ ਪੈਕੇਟ ਦੀ ਜਾਂਚ ਕਰੋ। ਰੋਗ ਪ੍ਰਤੀਰੋਧਕਤਾ, ਕੁਝ ਬੀਜ ਕਿਸਮਾਂ ਦੂਜਿਆਂ ਨਾਲੋਂ ਕੁਝ ਬਿਮਾਰੀਆਂ ਪ੍ਰਤੀ ਵਧੇਰੇ ਰੋਧਕ ਹੁੰਦੀਆਂ ਹਨ। ਸਫਲ ਵਾਢੀ ਨੂੰ ਯਕੀਨੀ ਬਣਾਉਣ ਲਈ ਉਹਨਾਂ ਬੀਜਾਂ ਦੀ ਭਾਲ ਕਰੋ ਜੋ ਰੋਗ ਰੋਧਕ ਹੋਣ। ਝਾੜ, ਪੌਦੇ ਦੀ ਸੰਭਾਵਿਤ ਉਪਜ ਤੇ ਗੌਰ ਕਰੋ। ਕੁਝ ਪੌਦੇ ਦੂਜਿਆਂ ਨਾਲੋਂ ਵੱਧ ਫਲ ਜਾਂ ਸਬਜ਼ੀਆਂ ਪੈਦਾ ਕਰ ਸਕਦੇ ਹਨ, ਜੋ ਮਹੱਤਵਪੂਰਨ ਹੋ ਸਕਦੇ ਹਨ ਜੇਕਰ ਤੁਸੀਂ ਭੋਜਨ ਉਤਪਾਦਨ ਲਈ ਵਧ ਰਹੇ ਹੋ। ਸੁਆਦ ਅਤੇ ਤਰਜੀਹ, ਅੰਤ ਵਿੱਚ, ਆਪਣੇ ਖੁਦ ਦੇ ਸੁਆਦ ਅਤੇ ਤਰਜੀਹ ਤੇ ਵਿਚਾਰ ਕਰੋ। ਉਹ ਬੀਜ ਚੁਣੋ ਜੋ ਪੌਦੇ ਉਗਾਉਣਗੇ ਜਿਨ੍ਹਾਂ ਨੂੰ ਤੁਸੀਂ ਖਾਣ ਜਾਂ ਦੇਖਣਾ ਪਸੰਦ ਕਰਦੇ ਹੋ। ਕੁੱਲ ਮਿਲਾ ਕੇ ਤੁਹਾਡੇ ਬਾਗ ਜਾਂ ਫਾਰਮ ਦੀ ਸਫਲਤਾ ਲਈ ਸਹੀ ਬੀਜਾਂ ਦੀ ਚੋਣ ਕਰਨਾ ਮਹੱਤਵਪੂਰਨ ਹੈ। ਇੱਕ ਸਫਲ ਅਤੇ ਆਨੰਦਦਾਇਕ ਵਧ ਰਹੀ ਸੀਜ਼ਨ ਨੂੰ ਯਕੀਨੀ ਬਣਾਉਣ ਵਿੱਚ ਮਦਦ ਲਈ ਬੀਜਾਂ ਦੀ ਚੋਣ ਕਰਦੇ ਸਮੇਂ ਇਹਨਾਂ ਕਾਰਕਾਂ ਤੇ ਗੌਰ ਕਰਨੀ ਪੈਂਦੀ ਹੈ। ਬੀਜ ਦੀ ਚੋਣ ਤੋਂ ਬਾਅਦ ਇਸ ਨੂੰ ਖੇਤ ਵਿੱਚ ਬੀਜਣ ਲਈ ਔਜ਼ਾਰ ਸੀਡ ਡਰਿਲ ਅਤੇ ਪਰੰਪਰਾਗਤ ਔਜ਼ਾਰ ਜਿਸ ਨੂੰ ਬਲਦਾਂ ਨਾਲ ਵਰਤਿਆ ਜਾਂਦਾ ਹੈ। ਸੀਡ ਡਰਿਲ ਵਿੱਚ, ਇੱਕ ਬੀਜ ਡਰਿਲ ਇੱਕ ਖੇਤੀਬਾੜੀ ਮਸ਼ੀਨ ਹੈ ਜੋ ਇੱਕ ਸਮਾਨ ਡੂੰਘਾਈ ਅਤੇ ਵਿੱਥ ਤੇ ਕਤਾਰਾਂ ਵਿੱਚ ਬੀਜ ਬੀਜਣ ਲਈ ਵਰਤੀ ਜਾਂਦੀ ਹੈ। ਇਹ ਇੱਕ ਮਕੈਨੀਕਲ ਯੰਤਰ ਹੈ ਜੋ ਕਿਸਾਨਾਂ ਨੂੰ ਜਲਦੀ ਅਤੇ ਕੁਸ਼ਲਤਾ ਨਾਲ ਫਸਲਾਂ ਬੀਜਣ ਵਿੱਚ ਮਦਦ ਕਰਦਾ ਹੈ। ਬੀਜ ਡਰਿੱਲਾਂ ਨੂੰ ਟਰੈਕਟਰਾਂ ਦੇ ਪਿੱਛੇ ਖਿੱਚਿਆ ਜਾ ਸਕਦਾ ਹੈ ਜਾਂ ਹੱਥਾਂ ਨਾਲ ਚਲਾਇਆ ਜਾ ਸਕਦਾ ਹੈ। ਬੀਜ ਡਰਿਲ ਵਿੱਚ ਇੱਕ ਹੌਪਰ ਹੁੰਦਾ ਹੈ ਜਿਸ ਵਿੱਚ ਬੀਜ ਹੁੰਦੇ ਹਨ ਅਤੇ ਟਿਊਬਾਂ ਜਾਂ ਚੋਟਾਂ ਦੀ ਇੱਕ ਲੜੀ ਹੁੰਦੀ ਹੈ ਜੋ ਬੀਜਾਂ ਨੂੰ ਮਿੱਟੀ ਵਿੱਚ ਬਰਾਬਰ ਵੰਡਦੇ ਹਨ। ਬੀਜਣ ਦੀ ਡੂੰਘਾਈ ਅਤੇ ਬੀਜਾਂ ਦੀ ਦੂਰੀ ਨੂੰ ਬੀਜੀ ਜਾ ਰਹੀ ਫਸਲ ਦੇ ਆਧਾਰ ਤੇ ਐਡਜਸਟ ਕੀਤਾ ਜਾ ਸਕਦਾ ਹੈ। ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਪੌਦਿਆਂ ਨੂੰ ਬਰਾਬਰ ਦੂਰੀ ਤੇ ਰੱਖਿਆ ਗਿਆ ਹੈ ਅਤੇ ਵਧਣ ਲਈ ਕਾਫੀ ਥਾਂ ਹੈ।
ਬੀਜ ਡਰਿਲ ਦੀ ਵਰਤੋਂ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਸਭ ਤੋਂ ਪਹਿਲਾਂ, ਇਹ ਕਿਸਾਨਾਂ ਨੂੰ ਜ਼ਮੀਨ ਦੇ ਵੱਡੇ ਖੇਤਰ ਨੂੰ ਜਲਦੀ ਅਤੇ ਕੁਸ਼ਲਤਾ ਨਾਲ ਬੀਜਣ ਦੀ ਇਜਾਜ਼ਤ ਦੇ ਕੇ ਸਮਾਂ ਅਤੇ ਮਜ਼ਦੂਰੀ ਦੀ ਬਚਤ ਕਰਦਾ ਹੈ। ਦੂਜਾ, ਇਹ ਸੁਨਿਸ਼ਚਿਤ ਕਰਨ ਵਿੱਚ ਮਦਦ ਕਰਦਾ ਹੈ ਕਿ ਬੀਜ ਸਹੀ ਡੂੰਘਾਈ ਅਤੇ ਵਿੱਥ ਤੇ ਲਗਾਏ ਗਏ ਹਨ, ਜੋ ਫਸਲ ਦੀ ਪੈਦਾਵਾਰ ਵਿੱਚ ਸੁਧਾਰ ਕਰ ਸਕਦਾ ਹੈ ਅਤੇ ਭੀੜ ਭੜੱਕੇ ਦੇ ਜੋਖਮ ਨੂੰ ਘਟਾ ਸਕਦਾ ਹੈ। ਤੀਜਾ, ਇਹ ਬੀਜਾਂ ਦੀ ਰਹਿੰਦ ਖੂੰਹਦ ਦੀ ਮਾਤਰਾ ਨੂੰ ਘਟਾਉਂਦਾ ਹੈ, ਕਿਉਂਕਿ ਬੀਜਾਂ ਨੂੰ ਹੱਥਾਂ ਨਾਲ ਬੀਜਣ ਨਾਲੋਂ ਵਧੇਰੇ ਬਰਾਬਰ ਅਤੇ ਸਹੀ ਢੰਗ ਨਾਲ ਵੰਡਿਆ ਜਾਂਦਾ ਹੈ। ਕਣਕ, ਜੌਂ, ਜਵੀ ਅਤੇ ਮੱਕੀ ਵਰਗੀਆਂ ਫਸਲਾਂ ਬੀਜਣ ਲਈ ਬੀਜ ਡਰਿਲਸ ਦੀ ਵਰਤੋਂ ਆਮ ਤੌਰ ਤੇ ਕੀਤੀ ਜਾਂਦੀ ਹੈ। ਇਹਨਾਂ ਦੀ ਵਰਤੋਂ ਛੋਟੇ ਬੀਜਾਂ, ਜਿਵੇਂ ਕਿ ਸਬਜ਼ੀਆਂ ਅਤੇ ਫੁੱਲਾਂ, ਬੀਜਾਂ ਦੀਆਂ ਛੋਟੀਆਂ ਪਲੇਟਾਂ ਦੀ ਵਰਤੋਂ ਕਰਕੇ ਬੀਜਣ ਲਈ ਵੀ ਕੀਤੀ ਜਾ ਸਕਦੀ ਹੈ। ਸੰਖੇਪ ਵਿੱਚ, ਇੱਕ ਬੀਜ ਡਰਿਲ ਕਿਸਾਨਾਂ ਅਤੇ ਬਾਗਬਾਨਾਂ ਲਈ ਇੱਕ ਉਪਯੋਗੀ ਸੰਦ ਹੈ ਜੋ ਬੀਜ ਨੂੰ ਜਲਦੀ ਅਤੇ ਕੁਸ਼ਲਤਾ ਨਾਲ ਬੀਜਣਾ ਚਾਹੁੰਦੇ ਹਨ ਜਦੋਂ ਕਿ ਇਹ ਸੁਨਿਸ਼ਚਿਤ ਕਰਦੇ ਹੋਏ ਕਿ ਪੌਦੇ ਬਰਾਬਰ ਦੂਰੀ ਤੇ ਹਨ ਅਤੇ ਵਧਣ ਲਈ ਕਾਫੀ ਜਗ੍ਹਾ ਹੈ। ਬੀਜ ਡਰਿਲ ਦੀ ਵਰਤੋਂ ਕਰਕੇ, ਕਿਸਾਨ ਸਮੇਂ ਦੀ ਬਚਤ ਕਰ ਸਕਦੇ ਹਨ, ਮਜ਼ਦੂਰੀ ਦੀ ਲਾਗਤ ਘਟਾ ਸਕਦੇ ਹਨ, ਅਤੇ ਆਪਣੀ ਫਸਲ ਦੀ ਪੈਦਾਵਾਰ ਵਿੱਚ ਸੁਧਾਰ ਕਰ ਸਕਦੇ ਹਨ। ਬਿਜਾਈ ਤੋਂ ਬਾਅਦ ਅਗਲਾ ਪੜਾਅ ਖਾਦ ਪਾਉਣਾ ਹੁੰਦਾ ਹੈ। ਪੌਦਿਆਂ ਦੇ ਸਿਹਤਮੰਦ ਵਾਧੇ ਲਈ ਮਿੱਟੀ ਵਿੱਚ ਜੋ ਪਦਾਰਥ ਪੋਸ਼ਕ ਤੱਤਾਂ ਦੇ ਰੂਪ ਵਿੱਚ ਮਿਲਾਏ ਜਾਂਦੇ ਹਨ ਉਹਨਾਂ ਨੂੰ ਖਾਦ ਕਿਹਾ ਜਾਂਦਾ ਹੈ। ਖੇਤ ਵਿੱਚ ਲਗਾਤਾਰ ਫਸਲਾਂ ਬੀਜਣ ਨਾਲ ਮਿੱਟੀ ਵਿੱਚ ਉਹਨਾਂ ਵਿਸ਼ੇਸ਼, ਖਾਸ ਤੱਤਾਂ ਦੀ ਕਮੀ ਹੋ ਜਾਂਦੀ ਹੈ ਜੋ ਲਗਾਤਾਰ ਬੀਜੀ ਜਾਣ ਵਾਲੀ ਫਸਲ ਨੂੰ ਚਾਹੀਦੇ ਹੁੰਦੇ ਹਨ। ਇਸ ਲਈ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ ਕਿਸਾਨ ਖੇਤ ਵਿੱਚ ਖਾਦ ਪਾਉਂਦੇ ਹਨ। ਇਸ ਵਿਧੀ ਨੂੰ ਖਾਦ ਪਾਉਣਾ ਕਿਹਾ ਜਾਂਦਾ ਹੈ। ਖਾਦ ਦੀ ਕਮੀ ਕਾਰਨ ਪੌਦੇ ਕਮਜ਼ੋਰ ਹੋ ਜਾਂਦੇ ਹਨ। ਖਾਦ ਦੋ ਤਰ੍ਹਾਂ ਦੀ ਹੁੰਦੀ ਹੈ, ਰੂੜੀ ਜਾਂ ਦੇਸੀ ਖਾਦ ਜਾਂ ਮੈਨਿਓਰ। ਰਸਾਇਣਕ ਖਾਦ ਜਾਂ ਫਰਟੀਲਾਈਜ਼ਰ। ਇਹਨਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ। ਰੂੜੀ ਖਾਦ ਜਾਂ ਮੈਨਿਓਰ ਜਾਂ ਦੇਸੀ ਖਾਦ। ਖਾਦ ਜੈਵਿਕ ਪਦਾਰਥ ਹੈ ਜੋ ਖੇਤੀਬਾੜੀ ਅਤੇ ਬਾਗਬਾਨੀ ਵਿੱਚ ਖਾਦ ਵਜੋਂ ਵਰਤਿਆ ਜਾਂਦਾ ਹੈ। ਇਹ ਜਾਨਵਰਾਂ ਦੀ ਰਹਿੰਦ ਖੂੰਹਦ ਅਤੇ ਹੋਰ ਜੈਵਿਕ ਪਦਾਰਥਾਂ, ਜਿਵੇਂ ਕਿ ਤੂੜੀ, ਪਰਾਗ ਅਤੇ ਪੱਤੇ ਤੋਂ ਬਣਿਆ ਹੁੰਦਾ ਹੈ, ਜੋ ਕਿ ਬੈਕਟੀਰੀਆ ਅਤੇ ਹੋਰ ਸੂਖਮ ਜੀਵਾਂ ਦੁਆਰਾ ਕੰਪੋਜ਼ ਕੀਤੇ ਜਾਂਦੇ ਹਨ। ਖਾਦ ਪੌਦਿਆਂ ਲਈ ਪੌਸ਼ਟਿਕ ਤੱਤਾਂ ਦਾ ਇੱਕ ਕੀਮਤੀ ਸਰੋਤ ਹੈ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੀ ਹੈ। ਖਾਦ ਦੀਆਂ ਕਈ ਕਿਸਮਾਂ ਹਨ, ਜਿਸ ਵਿੱਚ ਸ਼ਾਮਲ ਹਨ। ਗਊ ਖਾਦ। ਇਹ ਖੇਤੀਬਾੜੀ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਖਾਦ ਦੀ ਇੱਕ ਕਿਸਮ ਹੈ। ਇਸ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਪੌਦਿਆਂ ਦੇ ਵਿਕਾਸ ਲਈ ਜ਼ਰੂਰੀ ਪੌਸ਼ਟਿਕ ਤੱਤ ਹਨ। ਘੋੜੇ ਦੀ ਖਾਦ। ਇਹ ਖਾਦ ਦੀ ਇੱਕ ਹੋਰ ਪ੍ਰਸਿੱਧ ਕਿਸਮ ਹੈ ਜੋ ਬਾਗਬਾਨੀ ਅਤੇ ਖੇਤੀ ਵਿੱਚ ਵਰਤੀ ਜਾਂਦੀ ਹੈ। ਇਹ ਗਊ ਖਾਦ ਨਾਲੋਂ ਨਾਈਟ੍ਰੋਜਨ ਵਿੱਚ ਘੱਟ ਹੈ, ਪਰ ਫਿਰ ਵੀ ਇਸ ਵਿੱਚ ਕੀਮਤੀ ਪੌਸ਼ਟਿਕ ਤੱਤ ਹੁੰਦੇ ਹਨ। ਚਿਕਨ ਖਾਦ। ਇਸ ਕਿਸਮ ਦੀ ਖਾਦ ਨਾਈਟ੍ਰੋਜਨ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਅਕਸਰ ਸਬਜ਼ੀਆਂ ਦੇ ਬਗੀਚਿਆਂ ਲਈ ਮਿੱਟੀ ਸੋਧ ਵਜੋਂ ਵਰਤੀ ਜਾਂਦੀ ਹੈ। ਸੂਰ ਦੀ ਖਾਦ। ਇਹ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦਾ ਇੱਕ ਭਰਪੂਰ ਸਰੋਤ ਹੈ। ਇਸ ਨੂੰ ਫਸਲਾਂ ਲਈ ਇੱਕ ਕੀਮਤੀ ਖਾਦ ਬਣਾਉਂਦਾ ਹੈ। ਭੇਡਾਂ ਦੀ ਖਾਦ। ਇਹ ਨਾਈਟ੍ਰੋਜਨ ਅਤੇ ਫਾਸਫੋਰਸ ਦਾ ਇੱਕ ਚੰਗਾ ਸਰੋਤ ਹੈ, ਅਤੇ ਅਕਸਰ ਬਾਗਾਂ ਅਤੇ ਬਾਗਾਂ ਨੂੰ ਖਾਦ ਪਾਉਣ ਲਈ ਵਰਤਿਆ ਜਾਂਦਾ ਹੈ। ਖਾਦ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਸ਼ਾਮਲ ਹਨ। ਖਾਦ ਦੇ ਤੌਰ ਤੇ,
ਮਿੱਟੀ ਦੀ ਉਪਜਾਊ ਸ਼ਕਤੀ ਨੂੰ ਸੁਧਾਰਨ ਅਤੇ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਖੇਤਾਂ ਜਾਂ ਬਾਗਾਂ ਤੇ ਖਾਦ ਫੈਲਾਈ ਜਾ ਸਕਦੀ ਹੈ। ਮਿੱਟੀ ਦੇ ਸੰਸ਼ੋਧਨ ਦੇ ਤੌਰ ਤੇ, ਮਿੱਟੀ ਦੀ ਬਣਤਰ ਨੂੰ ਸੁਧਾਰਨ, ਇਸ ਦੀ ਪਾਣੀ ਰੱਖਣ ਦੀ ਸਮਰੱਥਾ ਨੂੰ ਵਧਾਉਣ ਅਤੇ ਪੌਸ਼ਟਿਕ ਤੱਤਾਂ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਨੂੰ ਵਧਾਉਣ ਲਈ ਖਾਦ ਨੂੰ ਮਿੱਟੀ ਵਿੱਚ ਜੋੜਿਆ ਜਾ ਸਕਦਾ ਹੈ। ਖਾਦ ਦੇ ਤੌਰ ਤੇ, ਖਾਦ ਨੂੰ ਹੋਰ ਜੈਵਿਕ ਸਮੱਗਰੀਆਂ, ਜਿਵੇਂ ਕਿ ਪੱਤੇ ਅਤੇ ਤੂੜੀ ਦੇ ਨਾਲ ਮਿਲਾਇਆ ਜਾ ਸਕਦਾ ਹੈ, ਤਾਂ ਜੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਦ ਬਣਾਈ ਜਾ ਸਕੇ ਜਿਸ ਦੀ ਵਰਤੋਂ ਪੌਦਿਆਂ ਨੂੰ ਖਾਦ ਬਣਾਉਣ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ, ਖਾਦ ਦੀ ਸਹੀ ਵਰਤੋਂ ਕਰਨਾ ਮਹੱਤਵਪੂਰਨ ਹੈ, ਕਿਉਂਕਿ ਇਸ ਵਿੱਚ ਹਾਨੀਕਾਰਕ ਬੈਕਟੀਰੀਆ ਅਤੇ ਜਰਾਸੀਮ ਹੋ ਸਕਦੇ ਹਨ ਜੋ ਫਸਲਾਂ ਨੂੰ ਦੂਸ਼ਿਤ ਕਰ ਸਕਦੇ ਹਨ ਅਤੇ ਮਨੁੱਖੀ ਸਿਹਤ ਲਈ ਖਤਰਾ ਪੈਦਾ ਕਰ ਸਕਦੇ ਹਨ। ਗੰਦਗੀ ਦੇ ਖਤਰੇ ਨੂੰ ਘਟਾਉਣ ਲਈ ਵਰਤੋਂ ਤੋਂ ਪਹਿਲਾਂ ਖਾਦ ਨੂੰ ਪੁਰਾਣੀ ਜਾਂ ਕੰਪੋਸਟ ਕੀਤੀ ਜਾਣੀ ਚਾਹੀਦੀ ਹੈ। ਕਿਸਾਨਾਂ ਅਤੇ ਬਾਗਬਾਨਾਂ ਨੂੰ ਵੀ ਖਾਦ ਦੀ ਸੁਰੱਖਿਅਤ ਸੰਭਾਲ ਅਤੇ ਵਰਤੋਂ ਲਈ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਦੂਜੀ ਕਿਸਮ ਰਸਾਇਣਕ ਖਾਦ। ਰਸਾਇਣਕ ਖਾਦਾਂ ਸਿੰਥੈਟਿਕ ਖਾਦ ਹਨ ਜੋ ਮਨੁੱਖਾਂ ਦੁਆਰਾ ਰਸਾਇਣਕ ਪ੍ਰਕਿਰਿਆਵਾਂ ਦੁਆਰਾ ਬਣਾਈਆਂ ਜਾਂਦੀਆਂ ਹਨ। ਉਹਨਾਂ ਵਿੱਚ ਆਮ ਤੌਰ ਤੇ 3 ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ ਜੋ ਪੌਦਿਆਂ ਨੂੰ ਵਿਕਾਸ ਲਈ ਲੋੜੀਂਦੇ ਹਨ: ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ। ਰਸਾਇਣਕ ਖਾਦਾਂ ਵਿੱਚ ਹੋਰ ਸੈਕੰਡਰੀ ਅਤੇ ਸੂਖਮ ਪੌਸ਼ਟਿਕ ਤੱਤ ਵੀ ਸ਼ਾਮਲ ਹੋ ਸਕਦੇ ਹਨ, ਜਿਵੇਂ ਕਿ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ, ਖਾਸ ਖਾਦ ਬਣਾਉਣ ਦੇ ਆਧਾਰ ਤੇ। ਰਸਾਇਣਕ ਖਾਦਾਂ ਦਾ ਮੁੱਖ ਫਾਇਦਾ ਇਹ ਹੈ ਕਿ ਉਹ ਤੇਜ਼ੀ ਨਾਲ ਕੰਮ ਕਰਦੇ ਹਨ, ਪੌਦਿਆਂ ਨੂੰ ਤੁਰੰਤ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਇਹ ਪੌਦੇ ਦੇ ਤੇਜ਼ੀ ਨਾਲ ਵਿਕਾਸ ਅਤੇ ਉੱਚ ਉਪਜ ਲਈ ਸਹਾਇਕ ਹੈ। ਰਸਾਇਣਕ ਖਾਦਾਂ ਵੀ ਬਹੁਤ ਜ਼ਿਆਦਾ ਕੇਂਦਰਿਤ ਹੁੰਦੀਆਂ ਹਨ, ਇਸ ਲਈ ਉਹਨਾਂ ਨੂੰ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ਅਤੇ ਖੇਤ ਦੇ ਵੱਡੇ ਖੇਤਰਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਹਾਲਾਂਕਿ, ਰਸਾਇਣਕ ਖਾਦਾਂ ਦੀ ਵਰਤੋਂ ਦੇ ਕੁਝ ਨੁਕਸਾਨ ਹਨ। ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕਰਨ ਨਾਲ ਵਾਤਾਵਰਣ ਦੀਆਂ ਸਮੱਸਿਆਵਾਂ ਜਿਵੇਂ ਕਿ ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਣ ਦੇ ਨਾਲ ਮਿੱਟੀ ਵਿੱਚ ਲਾਭਦਾਇਕ ਸੂਖਮ ਜੀਵਾਂ ਨੂੰ ਨੁਕਸਾਨ ਹੋ ਸਕਦਾ ਹੈ। ਰਸਾਇਣਕ ਖਾਦਾਂ ਆਪਣੇ ਉਤਪਾਦਨ ਅਤੇ ਆਵਾਜਾਈ ਦੌਰਾਨ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਵੀ ਯੋਗਦਾਨ ਪਾ ਸਕਦੀਆਂ ਹਨ, ਅਤੇ ਉਹਨਾਂ ਦੇ ਉਤਪਾਦਨ ਲਈ ਗੈਰ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਦੀ ਲੋੜ ਹੁੰਦੀ ਹੈ। ਰਸਾਇਣਕ ਖਾਦਾਂ ਦਾ ਇੱਕ ਹੋਰ ਨੁਕਸਾਨ ਇਹ ਹੈ ਕਿ ਇਹ ਜੈਵਿਕ ਖਾਦਾਂ ਦੀ ਤਰ੍ਹਾਂ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਨਹੀਂ ਕਰਦੇ ਹਨ। ਜੈਵਿਕ ਖਾਦਾਂ ਮਿੱਟੀ ਵਿੱਚ ਜੈਵਿਕ ਪਦਾਰਥ ਜੋੜਦੀਆਂ ਹਨ, ਜੋ ਮਿੱਟੀ ਦੀ ਬਣਤਰ, ਪਾਣੀ ਰੱਖਣ ਦੀ ਸਮਰੱਥਾ, ਅਤੇ ਲਾਭਕਾਰੀ ਸੂਖਮ ਜੀਵਾਂ ਦੀ ਗਤੀਵਿਧੀ ਵਿੱਚ ਸੁਧਾਰ ਕਰਦੀਆਂ ਹਨ। ਸੰਖੇਪ ਵਿੱਚ, ਰਸਾਇਣਕ ਖਾਦਾਂ ਸਿੰਥੈਟਿਕ ਖਾਦ ਹਨ ਜੋ ਪੌਦਿਆਂ ਨੂੰ ਜਲਦੀ ਅਤੇ ਕੁਸ਼ਲਤਾ ਨਾਲ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦੀਆਂ ਹਨ। ਹਾਲਾਂਕਿ ਉਹਨਾਂ ਦੇ ਕੁਝ ਫਾਇਦੇ ਹਨ, ਜੇਕਰ ਉਹਨਾਂ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਵਾਤਾਵਰਣ ਤੇ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ। ਇਹ ਜ਼ਰੂਰੀ ਹੈ ਕਿ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਧਿਆਨ ਨਾਲ ਵਿਚਾਰਿਆ ਜਾਵੇ ਅਤੇ ਇਹਨਾਂ ਦੀ ਵਰਤੋਂ ਜ਼ਿੰਮੇਵਾਰ ਅਤੇ ਟਿਕਾਊ ਢੰਗ ਨਾਲ ਕੀਤੀ ਜਾਵੇ। ਖਾਦ ਤੋਂ ਬਾਅਦ ਅਗਲਾ ਪੜਾਅ ਸਿੰਚਾਈ ਇਰੀਗੇਸ਼ਨ। ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਫਸਲਾਂ ਨੂੰ ਨਿਸ਼ਚਿਤ ਅੰਤਰਾਲ ਤੇ ਪਾਣੀ ਦਿੱਤਾ ਜਾਂਦਾ ਹੈ। ਇਸ ਨੂੰ ਸਿੰਚਾਈ ਆਖਦੇ ਹਨ। ਸਿੰਚਾਈ ਫਸਲਾਂ ਜਾਂ ਪੌਦਿਆਂ ਨੂੰ ਉਹਨਾਂ ਦੇ ਵਾਧੇ ਅਤੇ ਉਤਪਾਦਕਤਾ ਨੂੰ ਯਕੀਨੀ ਬਣਾਉਣ ਲਈ ਨਕਲੀ ਤੌਰ ਤੇ ਪਾਣੀ ਪ੍ਰਦਾਨ ਕਰਨ ਦੀ ਪ੍ਰਕਿਰਿਆ ਹੈ। ਇਹ ਉਹਨਾਂ ਖੇਤਰਾਂ ਵਿੱਚ ਖੇਤੀਬਾੜੀ ਦਾ ਇੱਕ ਜ਼ਰੂਰੀ ਹਿੱਸਾ ਹੈ ਜਿੱਥੇ ਪੌਦਿਆਂ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਨਾਕਾਫੀ ਵਰਖਾ ਹੁੰਦੀ ਹੈ,
ਜਾਂ ਜਿੱਥੇ ਕੁਦਰਤੀ ਬਾਰਿਸ਼ ਦੇ ਪੂਰਕ ਲਈ ਸਿੰਚਾਈ ਦੀ ਲੋੜ ਹੁੰਦੀ ਹੈ। ਸਿੰਚਾਈ ਦੇ ਮੁੱਖ ਸੋਮੇ ਖੂਹ, ਟਿਊਬਵੈੱਲ, ਛੱਪੜ, ਝੀਲਾਂ, ਦਰਿਆ, ਬੰਨ ਅਤੇ ਨਹਿਰਾਂ। ਸਿੰਚਾਈ ਦੇ ਕੁਝ ਪੁਰਾਣੇ ਰਵਾਇਤੀ ਤਰੀਕੇ ਹਨ। ਕਿਰਨੀ ਪ੍ਰਣਾਲੀ, ਚੇਨ ਪੰਪ, ਟੇਕਲੀ ਦੁਆਰਾ, ਰੱਟ ਜਾਂ ਹਲਟ। ਇਹਨਾਂ ਤੋਂ ਇਲਾਵਾ ਆਧੁਨਿਕ ਢੰਗ ਸਾਨੂੰ ਪਾਣੀ ਦੀ ਸੰਜਮਤਾ ਨਾਲ ਵਰਤੋਂ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹਨਾਂ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ। ਫੁਆਰਾ ਪ੍ਰਣਾਲੀ, ਇੱਕ ਛਿੜਕਾ ਪ੍ਰਣਾਲੀ ਇੱਕ ਕਿਸਮ ਦੀ ਸਿੰਚਾਈ ਪ੍ਰਣਾਲੀ ਹੈ ਜੋ ਫਸਲਾਂ ਜਾਂ ਪੌਦਿਆਂ ਨੂੰ ਇੱਕ ਵਧੀਆ ਧੁੰਦ ਜਾਂ ਸਪਰੇਅ ਦੇ ਰੂਪ ਵਿੱਚ ਪਾਣੀ ਪ੍ਰਦਾਨ ਕਰਦੀ ਹੈ। ਸਪ੍ਰਿੰਕਲਰ ਪ੍ਰਣਾਲੀਆਂ ਵਿੱਚ ਪਾਈਪਾਂ ਜਾਂ ਟਿਊਬਾਂ ਦਾ ਇੱਕ ਨੈਟਵਰਕ ਹੁੰਦਾ ਹੈ, ਜੋ ਪਾਣੀ ਦੇ ਸਰੋਤ ਨਾਲ ਜੁੜੇ ਹੁੰਦੇ ਹਨ ਅਤੇ ਸਪ੍ਰਿੰਕਲਰ ਹੈੱਡਾਂ ਨਾਲ ਫਿੱਟ ਹੁੰਦੇ ਹਨ ਜੋ ਫਸਲਾਂ ਉੱਤੇ ਪਾਣੀ ਵੰਡਦੇ ਹਨ। ਸਪ੍ਰਿੰਕਲਰ ਪ੍ਰਣਾਲੀਆਂ ਨੂੰ ਸਵੈਚਲਿਤ ਹੋਣ ਲਈ ਤਿਆਰ ਕੀਤਾ ਜਾ ਸਕਦਾ ਹੈ, ਟਾਈਮਰ ਅਤੇ ਸੈਂਸਰਾਂ ਨਾਲ ਜੋ ਪਾਣੀ ਦੇ ਵਹਾਅ ਨੂੰ ਨਿਯੰਤਰਿਤ ਕਰਦੇ ਹਨ, ਜਾਂ ਉਹਨਾਂ ਨੂੰ ਹੱਥੀਂ ਚਲਾਇਆ ਜਾ ਸਕਦਾ ਹੈ। ਸਪ੍ਰਿੰਕਲਰ ਪ੍ਰਣਾਲੀਆਂ ਦਾ ਮੁੱਖ ਫਾਇਦਾ ਇਹ ਹੈ ਕਿ ਉਹ ਇੱਕ ਵੱਡੇ ਖੇਤਰ ਵਿੱਚ ਇਕਸਾਰ ਪਾਣੀ ਦੀ ਵੰਡ ਪ੍ਰਦਾਨ ਕਰ ਸਕਦੇ ਹਨ। ਇਹ ਖਾਸ ਤੌਰ ਤੇ ਉਹਨਾਂ ਖੇਤਰਾਂ ਵਿੱਚ ਲਾਭਦਾਇਕ ਹੁੰਦੇ ਹਨ ਜਿਨ੍ਹਾਂ ਦਾ ਭੂ-ਭਾਗ ਘੱਟ ਹੁੰਦਾ ਹੈ, ਜਿੱਥੇ ਹੋਰ ਕਿਸਮ ਦੀਆਂ ਸਿੰਚਾਈ ਪ੍ਰਣਾਲੀਆਂ ਘੱਟ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ। ਸਪ੍ਰਿੰਕਲਰ ਪ੍ਰਣਾਲੀਆਂ ਵੀ ਲਚਕਦਾਰ ਹੁੰਦੀਆਂ ਹਨ ਅਤੇ ਵੱਖ-ਵੱਖ ਫਸਲਾਂ ਜਾਂ ਪੌਦਿਆਂ ਦੀਆਂ ਕਿਸਮਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਐਡਜਸਟ ਕੀਤੀਆਂ ਜਾ ਸਕਦੀਆਂ ਹਨ। ਉਹ ਸਥਾਪਤ ਕਰਨ ਅਤੇ ਸੰਭਾਲਣ ਲਈ ਵੀ ਮੁਕਾਬਲਤਨ ਆਸਾਨ ਹਨ। ਸਪ੍ਰਿੰਕਲਰ ਪ੍ਰਣਾਲੀਆਂ ਦੀਆਂ ਕਈ ਕਿਸਮਾਂ ਉਪਲਬਧ ਹਨ, ਜਿਸ ਵਿੱਚ ਸ਼ਾਮਲ ਹਨ। ਓਵਰਹੈੱਡ ਸਪ੍ਰਿੰਕਲਰ, ਇਹ ਸਭ ਤੋਂ ਆਮ ਕਿਸਮ ਦੇ ਸਪ੍ਰਿੰਕਲਰ ਸਿਸਟਮ ਹਨ ਅਤੇ ਇਹਨਾਂ ਦੀ ਵਰਤੋਂ ਅਨਾਜ, ਸਬਜ਼ੀਆਂ ਅਤੇ ਟਰਫ ਗ੍ਰਾਸ ਵਰਗੀਆਂ ਫਸਲਾਂ ਦੀ ਸਿੰਚਾਈ ਲਈ ਕੀਤੀ ਜਾਂਦੀ ਹੈ। ਓਵਰਹੈੱਡ ਸਪ੍ਰਿੰਕਲਰ ਆਮ ਤੌਰ ਤੇ ਰਾਈਜ਼ਰਾਂ ਤੇ ਮਾਊਂਟ ਕੀਤੇ ਜਾਂਦੇ ਹਨ ਜਾਂ ਓਵਰਹੈੱਡ ਢਾਂਚੇ ਤੇ ਸਥਾਪਿਤ ਕੀਤੇ ਜਾਂਦੇ ਹਨ। ਸੈਂਟਰ ਪੀਵੋਟ ਸਪ੍ਰਿੰਕਲਰ, ਇਸ ਕਿਸਮ ਦੀ ਸਪ੍ਰਿੰਕਲਰ ਪ੍ਰਣਾਲੀ ਆਮ ਤੌਰ ਤੇ ਵੱਡੇ ਪੈਮਾਨੇ ਦੀ ਖੇਤੀ ਵਿੱਚ ਵਰਤੀ ਜਾਂਦੀ ਹੈ ਅਤੇ ਇਸ ਵਿੱਚ ਇੱਕ ਧਰੁਵੀ ਬਾਂਹ ਹੁੰਦੀ ਹੈ ਜੋ ਇੱਕ ਕੇਂਦਰੀ ਬਿੰਦੂ ਦੇ ਦੁਆਲੇ ਘੁੰਮਦੀ ਹੈ, ਇੱਕ ਗੋਲ ਪੈਟਰਨ ਵਿੱਚ ਪਾਣੀ ਵੰਡਦੀ ਹੈ। ਲੇਟਰਲ ਮੂਵ ਸਪ੍ਰਿੰਕਲਰ, ਸੈਂਟਰ ਪੀਵੋਟ ਪ੍ਰਣਾਲੀਆਂ ਦੇ ਸਮਾਨ, ਲੇਟਰਲ ਮੂਵ ਸਪ੍ਰਿੰਕਲਰਾਂ ਵਿੱਚ ਇੱਕ ਮੋਬਾਈਲ ਪਲੇਟਫਾਰਮ ਤੇ ਮਾਊਂਟ ਕੀਤੇ ਸਪ੍ਰਿੰਕਲਰਾਂ ਦੀ ਇੱਕ ਲੜੀ ਹੁੰਦੀ ਹੈ ਜੋ ਇੱਕ ਸਿੱਧੀ ਲਾਈਨ ਦੇ ਨਾਲ ਚੱਲਦੀ ਹੈ। ਟਰੈਵਲਿੰਗ ਸਪ੍ਰਿੰਕਲਰ, ਇਹ ਸਵੈ-ਚਾਲਿਤ ਸਪ੍ਰਿੰਕਲਰ ਪ੍ਰਣਾਲੀਆਂ ਹਨ ਜੋ ਖੇਤ ਦੇ ਪਾਰ ਚੱਲਦੀਆਂ ਹਨ, ਜਿਵੇਂ ਹੀ ਪਾਣੀ ਵੰਡਦੀਆਂ ਹਨ। ਸਪ੍ਰਿੰਕਲਰ ਪ੍ਰਣਾਲੀਆਂ ਦੇ ਕੁਝ ਨੁਕਸਾਨ ਹਨ, ਜਿਵੇਂ ਕਿ ਵਾਸ਼ਪੀਕਰਨ, ਹਵਾ ਦੇ ਵਹਿਣ, ਅਤੇ ਵਹਿਣ ਕਾਰਨ ਪਾਣੀ ਦਾ ਨੁਕਸਾਨ। ਇਹ ਹੋਰ ਕਿਸਮ ਦੀਆਂ ਸਿੰਚਾਈ ਪ੍ਰਣਾਲੀਆਂ ਨਾਲੋਂ ਵੀ ਮਹਿੰਗੇ ਹੋ ਸਕਦੇ ਹਨ, ਖਾਸ ਕਰਕੇ ਜ਼ਮੀਨ ਦੇ ਵੱਡੇ ਖੇਤਰਾਂ ਲਈ। ਹਾਲਾਂਕਿ, ਸਹੀ ਡਿਜ਼ਾਈਨ ਅਤੇ ਪ੍ਰਬੰਧਨ ਦੇ ਨਾਲ, ਸਪ੍ਰਿੰਕਲਰ ਸਿਸਟਮ ਫਸਲਾਂ ਦੀ ਸਿੰਚਾਈ ਦਾ ਇੱਕ ਪ੍ਰਭਾਵਸ਼ਾਲੀ ਅਤੇ ਕੁਸ਼ਲ ਤਰੀਕਾ ਹੋ ਸਕਦਾ ਹੈ, ਪੌਦਿਆਂ ਦੇ ਵਿਕਾਸ ਅਤੇ ਉਪਜ ਨੂੰ ਸਮਰਥਨ ਦੇਣ ਲਈ ਜ਼ਰੂਰੀ ਪਾਣੀ ਪ੍ਰਦਾਨ ਕਰਦਾ ਹੈ। ਦੂਜਾ ਆਧੁਨਿਕ ਢੰਗ, ਤੁਪਕਾ ਪ੍ਰਣਾਲੀ ਜਾਂ ਡਰਿਪ ਪ੍ਰਣਾਲੀ। ਇੱਕ ਤੁਪਕਾ ਸਿੰਚਾਈ ਪ੍ਰਣਾਲੀ ਇੱਕ ਕਿਸਮ ਦੀ ਸਿੰਚਾਈ ਪ੍ਰਣਾਲੀ ਹੈ ਜੋ ਪੌਦਿਆਂ ਦੀਆਂ ਜੜ੍ਹਾਂ ਤੱਕ ਸਿੱਧਾ ਪਾਣੀ ਪਹੁੰਚਾਉਂਦੀ ਹੈ, ਬੂੰਦ-ਬੂੰਦ। ਇਹ ਪਾਈਪਾਂ ਜਾਂ ਟਿਊਬਾਂ ਦੇ ਇੱਕ ਨੈਟਵਰਕ ਦੁਆਰਾ ਛੋਟੇ ਛੇਕ ਜਾਂ ਐਮੀਟਰਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਜੋ ਪਾਣੀ ਨੂੰ ਹੌਲੀ ਅਤੇ ਸਥਿਰ ਦਰ ਨਾਲ ਛੱਡਦੇ ਹਨ। ਪਾਣੀ ਫਿਰ ਪੌਦਿਆਂ ਦੀਆਂ ਜੜ੍ਹਾਂ ਦੇ ਆਲੇ-ਦੁਆਲੇ ਮਿੱਟੀ ਵਿੱਚ ਲੀਨ ਹੋ ਜਾਂਦਾ ਹੈ, ਪਾਣੀ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ ਅਤੇ ਵਾਸ਼ਪੀਕਰਨ ਜਾਂ ਵਹਿਣ ਕਾਰਨ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ।
ਤੁਪਕਾ ਸਿੰਚਾਈ ਦਾ ਮੁੱਖ ਫਾਇਦਾ ਪੌਦਿਆਂ ਦੇ ਜੜ ਜ਼ੋਨ ਤੱਕ ਪਾਣੀ ਪਹੁੰਚਾਉਣ ਵਿੱਚ ਇਸ ਦੀ ਉੱਚ ਕੁਸ਼ਲਤਾ ਹੈ। ਨਤੀਜੇ ਵਜੋਂ ਪਾਣੀ ਦੀ ਘੱਟ ਵਰਤੋਂ ਅਤੇ ਪਾਣੀ ਦੀ ਘੱਟ ਲਾਗਤ ਹੁੰਦੀ ਹੈ। ਇਸ ਨਾਲ ਪਾਣੀ ਪਿਲਾਉਣ ਦੀ ਬਾਰੰਬਾਰਤਾ, ਸਮੇਂ ਦੀ ਬਚਤ ਅਤੇ ਮਜ਼ਦੂਰੀ ਦੀ ਲਾਗਤ ਵੀ ਘਟ ਜਾਂਦੀ ਹੈ। ਇਸ ਤੋਂ ਇਲਾਵਾ, ਕਿਉਂਕਿ ਪਾਣੀ ਸਿੱਧੇ ਰੂਟ ਜ਼ੋਨ ਤੱਕ ਪਹੁੰਚਾਇਆ ਜਾਂਦਾ ਹੈ, ਇਸ ਲਈ ਪੱਤਿਆਂ ਦਾ ਗਿੱਲਾ ਘੱਟ ਹੁੰਦਾ ਹੈ, ਜੋ ਪੌਦਿਆਂ ਦੀਆਂ ਬਿਮਾਰੀਆਂ ਦੀਆਂ ਘਟਨਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਤੁਪਕਾ ਸਿੰਚਾਈ ਪ੍ਰਣਾਲੀਆਂ ਨੂੰ ਵੱਖ-ਵੱਖ ਫਸਲਾਂ ਅਤੇ ਮਿੱਟੀ ਦੀਆਂ ਕਿਸਮਾਂ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਜਾ ਸਕਦਾ ਹੈ। ਇਹਨਾਂ ਦੀ ਵਰਤੋਂ ਬਹੁਤ ਸਾਰੀਆਂ ਸੈਟਿੰਗਾਂ ਵਿੱਚ ਕੀਤੀ ਜਾ ਸਕਦੀ ਹੈ, ਛੋਟੇ ਘਰੇਲੂ ਬਗੀਚਿਆਂ ਤੋਂ ਲੈ ਕੇ ਵੱਡੇ ਵਪਾਰਕ ਖੇਤਾਂ ਤੱਕ। ਤੁਪਕਾ ਸਿੰਚਾਈ ਪ੍ਰਣਾਲੀਆਂ ਦੀਆਂ ਕੁਝ ਆਮ ਕਿਸਮਾਂ ਵਿੱਚ ਸ਼ਾਮਲ ਹਨ। ਸਰਫੇਸ ਡਰਿਪ, ਇਸ ਕਿਸਮ ਦੀ ਪ੍ਰਣਾਲੀ ਆਮ ਤੌਰ ਤੇ ਫਲਾਂ, ਸਬਜ਼ੀਆਂ ਅਤੇ ਫੁੱਲਾਂ ਵਰਗੀਆਂ ਫਸਲਾਂ ਲਈ ਵਰਤੀ ਜਾਂਦੀ ਹੈ। ਪਾਣੀ ਨੂੰ ਡਰਿਪ ਲਾਈਨਾਂ ਦੇ ਨਾਲ ਨਿਯਮਤ ਅੰਤਰਾਲਾਂ ਤੇ ਦੂਰੀ ਵਾਲੇ ਐਮੀਟਰਾਂ ਦੁਆਰਾ ਮਿੱਟੀ ਦੀ ਸਤ੍ਹਾ ਤੱਕ ਸਿੱਧਾ ਪਹੁੰਚਾਇਆ ਜਾਂਦਾ ਹੈ। ਸਬ ਸਰਫੇਸ ਡਰਿਪ, ਇਹ ਪ੍ਰਣਾਲੀ ਮਿੱਟੀ ਦੀ ਸਤ੍ਹਾ ਦੇ ਹੇਠਾਂ ਸਥਾਪਿਤ ਕੀਤੀ ਜਾਂਦੀ ਹੈ, ਜਿਸ ਵਿੱਚ ਪਾਣੀ ਨੂੰ ਸਿੱਧੇ ਰੂਟ ਜ਼ੋਨ ਤੱਕ ਐਮੀਟਰਾਂ ਰਾਹੀਂ ਪਹੁੰਚਾਇਆ ਜਾਂਦਾ ਹੈ। ਇਹ ਪ੍ਰਣਾਲੀ ਖਾਸ ਤੌਰ ਤੇ ਉਹਨਾਂ ਫਸਲਾਂ ਲਈ ਲਾਭਦਾਇਕ ਹੈ ਜੋ ਸਤ੍ਹਾ ਤੇ ਨਮੀ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ, ਜਿਵੇਂ ਕਿ ਸਲਾਦ ਜਾਂ ਸਟ੍ਰਾਬੇਰੀ। ਮਾਈਕਰੋ ਸਪਰੇ ਜਾਂ ਮਾਈਕਰੋ ਸਪ੍ਰਿੰਕਲਰ, ਇਹ ਸਿਸਟਮ ਛੋਟੇ ਸਪ੍ਰਿੰਕਲਰ ਹੈਡਾਂ ਦੀ ਵਰਤੋਂ ਕਰਦਾ ਹੈ ਜੋ ਪਾਣੀ ਨੂੰ ਬਰੀਕ ਧੁੰਦ ਜਾਂ ਸਪਰੇਅ ਵਿੱਚ ਵੰਡਦੇ ਹਨ। ਇਹ ਅਕਸਰ ਘੱਟ ਵਧਣ ਵਾਲੇ ਪੌਦਿਆਂ ਜਿਵੇਂ ਕਿ ਗਰਾਉਂਡਕਵਰ ਜਾਂ ਸਾਲਾਨਾ ਲਈ ਵਰਤਿਆ ਜਾਂਦਾ ਹੈ। ਕੁੱਲ ਮਿਲਾ ਕੇ, ਤੁਪਕਾ ਸਿੰਚਾਈ ਪ੍ਰਣਾਲੀ ਪੌਦਿਆਂ ਨੂੰ ਪਾਣੀ ਦੇਣ, ਪਾਣੀ ਦੀ ਵਰਤੋਂ ਨੂੰ ਘੱਟ ਕਰਨ ਅਤੇ ਫਸਲਾਂ ਦੀ ਪੈਦਾਵਾਰ ਨੂੰ ਵੱਧ ਤੋਂ ਵੱਧ ਕਰਨ ਲਈ ਇੱਕ ਬਹੁਤ ਪ੍ਰਭਾਵਸ਼ਾਲੀ ਅਤੇ ਕੁਸ਼ਲ ਤਰੀਕਾ ਹੋ ਸਕਦੀ ਹੈ। ਉਹ ਸਥਾਪਤ ਕਰਨ ਅਤੇ ਸਾਂਭ ਸੰਭਾਲ ਕਰਨ ਲਈ ਮੁਕਾਬਲਤਨ ਆਸਾਨ ਹਨ, ਅਤੇ ਵੱਖ-ਵੱਖ ਫਸਲਾਂ ਅਤੇ ਵੱਧ ਰਹੀ ਸਥਿਤੀਆਂ ਦੀਆਂ ਲੋੜਾਂ ਮੁਤਾਬਕ ਅਨੁਕੂਲਿਤ ਕੀਤੇ ਜਾ ਸਕਦੇ ਹਨ। ਅਸੀਂ ਜਦੋਂ ਫਸਲਾਂ ਵਿੱਚ ਦੇਖਦੇ ਹਾਂ ਕਿ ਕੁਝ ਫਾਲਤੂ ਪੌਦੇ ਵੀ ਉੱਗ ਜਾਂਦੇ ਹਨ, ਇਹਨਾਂ ਨੂੰ ਨਦੀਨ ਕਿਹਾ ਜਾਂਦਾ ਹੈ। ਇਸ ਲਈ ਹੁਣ ਅਸੀਂ ਅਗਲਾ ਟੌਪਿਕ ਨਦੀਨਾਂ ਤੋਂ ਫਸਲਾਂ ਦੀ ਸੁਰੱਖਿਆ ਬਾਰੇ ਗੱਲਬਾਤ ਕਰਾਂਗੇ। ਨਦੀਨ ਅਣਚਾਹੇ ਪੌਦੇ ਹਨ ਜੋ ਪਾਣੀ, ਪੌਸ਼ਟਿਕ ਤੱਤਾਂ ਅਤੇ ਸੂਰਜ ਦੀ ਰੌਸ਼ਨੀ ਲਈ ਫਸਲਾਂ ਨਾਲ ਮੁਕਾਬਲਾ ਕਰ ਸਕਦੇ ਹਨ, ਸੰਭਾਵੀ ਤੌਰ ਤੇ ਫਸਲਾਂ ਦੀ ਪੈਦਾਵਾਰ ਨੂੰ ਘਟਾ ਸਕਦੇ ਹਨ। ਨਦੀਨਾਂ ਨੂੰ ਨਿਯੰਤਰਿਤ ਕਰਨ ਅਤੇ ਫਸਲਾਂ ਦੀ ਸੁਰੱਖਿਆ ਲਈ ਕਈ ਤਰੀਕੇ ਵਰਤੇ ਜਾ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ। ਮਕੈਨੀਕਲ ਨਿਯੰਤਰਣ, ਇਸ ਵਿੱਚ ਖੇਤ ਵਿੱਚੋਂ ਨਦੀਨਾਂ ਨੂੰ ਭੌਤਿਕ ਤੌਰ ਤੇ ਹਟਾਉਣਾ ਸ਼ਾਮਲ ਹੈ, ਜਾਂ ਤਾਂ ਹੱਥਾਂ ਨਾਲ ਖਿੱਚ ਕੇ, ਕੁੰਡੀਆਂ ਮਾਰ ਕੇ, ਜਾਂ ਮਸ਼ੀਨਾਂ ਜਿਵੇਂ ਕਿ ਕਾਸ਼ਤਕਾਰ ਜਾਂ ਹੈਰੋਜ਼ ਦੀ ਵਰਤੋਂ ਕਰਕੇ। ਮਕੈਨੀਕਲ ਨਿਯੰਤਰਣ ਛੋਟੇ ਖੇਤਰਾਂ ਜਾਂ ਉਹਨਾਂ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਹੋ ਸਕਦਾ ਹੈ ਜਿੱਥੇ ਜੜੀ ਬੂਟੀਆਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਸੱਭਿਆਚਾਰਕ ਨਿਯੰਤਰਣ, ਇਸ ਵਿੱਚ ਖੇਤੀ ਦੇ ਅਭਿਆਸਾਂ ਦੀ ਵਰਤੋਂ ਕਰਨਾ ਸ਼ਾਮਲ ਹੈ ਜੋ ਨਦੀਨਾਂ ਦੇ ਵਾਧੇ ਅਤੇ ਮੁਕਾਬਲੇ ਨੂੰ ਘਟਾਉਂਦੇ ਹਨ, ਜਿਵੇਂ ਕਿ ਫਸਲ ਰੋਟੇਸ਼ਨ, ਕਵਰ ਕਰਪਿੰਗ, ਅਤੇ ਮਲਚਿੰਗ। ਇਹ ਅਭਿਆਸ ਇੱਕ ਵਾਤਾਵਰਣ ਬਣਾ ਕੇ ਨਦੀਨਾਂ ਦੇ ਵਾਧੇ ਨੂੰ ਦਬਾਉਣ ਵਿੱਚ ਮਦਦ ਕਰ ਸਕਦੇ ਹਨ ਜੋ ਨਦੀਨਾਂ ਦੇ ਉਗਣ ਅਤੇ ਵਿਕਾਸ ਲਈ ਘੱਟ ਅਨੁਕੂਲ ਹੈ। ਰਸਾਇਣਕ ਨਿਯੰਤਰਣ, ਇਸ ਵਿੱਚ ਜੜੀ ਬੂਟੀਆਂ ਦੀ ਵਰਤੋਂ ਕਰਨਾ ਸ਼ਾਮਲ ਹੈ, ਜੋ ਕਿ ਰਸਾਇਣਕ ਹਨ ਜੋ ਨਦੀਨਾਂ ਦੇ ਵਾਧੇ ਨੂੰ ਮਾਰਦੇ ਜਾਂ ਦਬਾਉਂਦੇ ਹਨ। ਜੜੀ ਬੂਟੀਆਂ ਦੇ ਨਦੀਨਾਂ ਨੂੰ ਮਿੱਟੀ ਤੋਂ ਉੱਗਣ ਤੋਂ ਪਹਿਲਾਂ, ਜਾਂ ਨਦੀਨਾਂ ਦੇ ਉੱਗਣ ਤੋਂ ਬਾਅਦ, ਉੱਗਣ ਤੋਂ ਪਹਿਲਾਂ ਲਾਗੂ ਕੀਤਾ ਜਾ ਸਕਦਾ ਹੈ।
ਜੜੀ ਬੂਟੀਆਂ ਦੀਆਂ ਦਵਾਈਆਂ ਚੋਣਤਮਕ ਹੋ ਸਕਦੀਆਂ ਹਨ, ਖਾਸ ਕਿਸਮਾਂ ਦੇ ਨਦੀਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਜਾਂ ਗੈਰ ਚੋਣਤਮਕ, ਰਸਾਇਣਕ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਪੌਦਿਆਂ ਨੂੰ ਮਾਰ ਦਿੰਦੀਆਂ ਹਨ। ਜੀਵ ਵਿਗਿਆਨਕ ਨਿਯੰਤਰਣ, ਇਸ ਵਿੱਚ ਨਦੀਨਾਂ ਦੇ ਕੁਦਰਤੀ ਦੁਸ਼ਮਣਾਂ, ਜਿਵੇਂ ਕਿ ਕੀੜੇ, ਫੰਜਾਈ ਜਾਂ ਬੈਕਟੀਰੀਆ, ਨਦੀਨਾਂ ਦੇ ਵਾਧੇ ਨੂੰ ਨਿਯੰਤਰਿਤ ਕਰਨ ਲਈ ਵਰਤਣਾ ਸ਼ਾਮਲ ਹੈ। ਇਹ ਵਿਧੀ ਖੇਤੀਬਾੜੀ ਵਿੱਚ ਵਿਆਪਕ ਤੌਰ ਤੇ ਨਹੀਂ ਵਰਤੀ ਜਾਂਦੀ, ਪਰ ਕੁਝ ਮਾਮਲਿਆਂ ਵਿੱਚ ਪ੍ਰਭਾਵਸ਼ਾਲੀ ਹੋ ਸਕਦੀ ਹੈ। ਨਦੀਨਾਂ ਦੇ ਨਿਯੰਤਰਣ ਲਈ ਸਭ ਤੋਂ ਵਧੀਆ ਤਰੀਕਾ ਖਾਸ ਨਦੀਨਾਂ ਦੀਆਂ ਕਿਸਮਾਂ, ਉਗਾਈਆਂ ਜਾ ਰਹੀਆਂ ਫਸਲਾਂ ਅਤੇ ਵਰਤੇ ਜਾਣ ਵਾਲੇ ਖੇਤੀ ਅਭਿਆਸਾਂ ਤੇ ਨਿਰਭਰ ਕਰੇਗਾ। ਤਰੀਕਿਆਂ ਦਾ ਸੁਮੇਲ ਸਭ ਤੋਂ ਪ੍ਰਭਾਵਸ਼ਾਲੀ ਹੋ ਸਕਦਾ ਹੈ, ਜਿਵੇਂ ਕਿ ਮਕੈਨੀਕਲ ਨਿਯੰਤਰਣ ਦੇ ਬਾਅਦ ਪਹਿਲਾਂ ਤੋਂ ਪੈਦਾ ਹੋਏ ਜੜੀ ਬੂਟੀਆਂ ਦੀ ਵਰਤੋਂ ਕਰਨਾ ਜਾਂ ਨਦੀਨਾਂ ਦੇ ਵਾਧੇ ਨੂੰ ਦਬਾਉਣ ਲਈ ਕਵਰ ਫਸਲਾਂ ਦੀ ਵਰਤੋਂ ਕਰਨਾ। ਸਿਹਤਮੰਦ ਫਸਲਾਂ ਨੂੰ ਕਾਇਮ ਰੱਖਣ ਅਤੇ ਵੱਧ ਤੋਂ ਵੱਧ ਝਾੜ ਲਈ ਸਹੀ ਨਦੀਨਾਂ ਦਾ ਪ੍ਰਬੰਧਨ ਮਹੱਤਵਪੂਰਨ ਹੈ। ਜਦੋਂ ਫਸਲ ਪੱਕ ਜਾਂਦੀ ਹੈ ਤਾਂ ਉਸ ਨੂੰ ਕੱਟ ਦੀ ਤਿਆਰੀ ਕੀਤੀ ਜਾਂਦੀ ਹੈ, ਜਿਸ ਨੂੰ ਵਾਢੀ ਕਿਹਾ ਜਾਂਦਾ ਹੈ। ਦਾਣੇ ਨੂੰ ਡੰਡੀ ਤੋਂ ਵੱਖ ਕਰਨ ਦੀ ਪ੍ਰਕਿਰਿਆ ਨੂੰ ਗਹਾਈ ਜਾਂ ਥ੍ਰੈਸਿੰਗ ਕਿਹਾ ਜਾਂਦਾ ਹੈ। ਵਾਢੀ ਖੇਤਾਂ ਵਿੱਚੋਂ ਪੱਕੀਆਂ ਫਸਲਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਹੈ। ਇਹ ਫਸਲਾਂ ਦੇ ਉਤਪਾਦਨ ਵਿੱਚ ਇੱਕ ਨਾਜ਼ੁਕ ਪੜਾਅ ਹੈ, ਜਿਸ ਵਿੱਚ ਇਹ ਯਕੀਨੀ ਬਣਾਉਣ ਲਈ ਧਿਆਨ ਨਾਲ ਯੋਜਨਾਬੰਦੀ ਅਤੇ ਅਮਲ ਦੀ ਲੋੜ ਹੁੰਦੀ ਹੈ ਕਿ ਫਸਲਾਂ ਦੀ ਕਟਾਈ ਅਨੁਕੂਲ ਸਮੇਂ ਅਤੇ ਸਭ ਤੋਂ ਵੱਧ ਕੁਸ਼ਲ ਤਰੀਕੇ ਨਾਲ ਕੀਤੀ ਜਾਵੇ। ਫਸਲ ਦੀ ਕਿਸਮ ਤੇ ਨਿਰਭਰ ਕਰਦਿਆਂ ਵਾਢੀ ਦੇ ਵੱਖ-ਵੱਖ ਤਰੀਕੇ ਹਨ। ਉਦਾਹਰਨ ਲਈ, ਕਣਕ ਅਤੇ ਚੌਲਾਂ ਵਰਗੀਆਂ ਫਸਲਾਂ ਦੀ ਕਟਾਈ ਆਮ ਤੌਰ ਤੇ ਕੰਬਾਈਨ ਹਾਰਵੈਸਟਰ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ, ਜਦੋਂ ਕਿ ਫਲਾਂ ਅਤੇ ਸਬਜ਼ੀਆਂ ਦੀ ਕਟਾਈ ਹੱਥਾਂ ਨਾਲ ਜਾਂ ਵਿਸ਼ੇਸ਼ ਮਸ਼ੀਨਰੀ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ। ਫਸਲ ਦੇ ਕੱਟਣ ਤੋਂ ਬਾਅਦ ਇੱਕ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ ਭੰਡਾਰਨ। ਫਸਲਾਂ ਦਾ ਭੰਡਾਰਨ ਖੇਤੀਬਾੜੀ ਉਤਪਾਦਨ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਕਟਾਈ ਫਸਲਾਂ ਦੀ ਗੁਣਵੱਤਾ ਅਤੇ ਮਾਤਰਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। ਫਸਲਾਂ ਨੂੰ ਸਟੋਰ ਕਰਦੇ ਸਮੇਂ ਵਿਚਾਰਨ ਲਈ ਇੱਥੇ ਕੁਝ ਮੁੱਖ ਕਾਰਕ ਹਨ। ਤਾਪਮਾਨ, ਜਿਸ ਤਾਪਮਾਨ ਤੇ ਫਸਲਾਂ ਨੂੰ ਸਟੋਰ ਕੀਤਾ ਜਾਂਦਾ ਹੈ, ਉਹ ਉਹਨਾਂ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਹੁੰਦਾ ਹੈ। ਜ਼ਿਆਦਾਤਰ ਫਸਲਾਂ ਨੂੰ ਖਰਾਬ ਹੋਣ ਅਤੇ ਖਰਾਬ ਹੋਣ ਤੋਂ ਰੋਕਣ ਲਈ ਠੰਡੇ, ਸੁੱਕੇ ਤਾਪਮਾਨ ਤੇ ਸਟੋਰ ਕੀਤਾ ਜਾਣਾ ਚਾਹੀਦਾ ਹੈ। ਨਮੀ, ਸਟੋਰੇਜ ਖੇਤਰ ਵਿੱਚ ਨਮੀ ਦਾ ਪੱਧਰ ਫਸਲ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਕੁਝ ਫਸਲਾਂ ਨੂੰ ਆਪਣੀ ਤਾਜ਼ਗੀ ਬਰਕਰਾਰ ਰੱਖਣ ਲਈ ਉੱਚ ਨਮੀ ਦੇ ਪੱਧਰ ਦੀ ਲੋੜ ਹੁੰਦੀ ਹੈ, ਜਦੋਂ ਕਿ ਦੂਜੀਆਂ ਨੂੰ ਖਰਾਬ ਹੋਣ ਅਤੇ ਉੱਲੀ ਦੇ ਵਾਧੇ ਨੂੰ ਰੋਕਣ ਲਈ ਘੱਟ ਨਮੀ ਦੇ ਪੱਧਰ ਦੀ ਲੋੜ ਹੁੰਦੀ ਹੈ। ਹਵਾਦਾਰੀ, ਸਟੋਰੇਜ ਖੇਤਰਾਂ ਵਿੱਚ ਗਰਮੀ ਅਤੇ ਨਮੀ ਦੇ ਨਿਰਮਾਣ ਨੂੰ ਰੋਕਣ ਲਈ ਸਹੀ ਹਵਾਦਾਰੀ ਮਹੱਤਵਪੂਰਨ ਹੈ। ਢੁਕਵੀਂ ਹਵਾਦਾਰੀ ਹਵਾ ਦੇ ਇੱਕ ਸਥਿਰ ਪ੍ਰਵਾਹ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ, ਜੋ ਉੱਲੀ ਦੇ ਵਿਕਾਸ ਅਤੇ ਹੋਰ ਕਿਸਮ ਦੇ ਵਿਗਾੜ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ। ਕੀਟ ਕੰਟਰੋਲ, ਕੀੜੇ, ਚੂਹੇ ਅਤੇ ਹੋਰ ਕੀੜੇ ਸਟੋਰ ਕੀਤੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾ ਸਕਦੇ ਹਨ। ਸਹੀ ਕੀਟ ਕੰਟਰੋਲ ਉਪਾਅ, ਜਿਵੇਂ ਕਿ ਨਿਯਮਤ ਸਫਾਈ ਅਤੇ ਨਿਰੀਖਣ, ਕੀੜਿਆਂ ਦੇ ਸੰਕਰਮਣ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ। ਕੰਟੇਨਰ ਦੀ ਕਿਸਮ, ਸਟੋਰੇਜ ਲਈ ਵਰਤੇ ਜਾਣ ਵਾਲੇ ਕੰਟੇਨਰ ਦੀ ਕਿਸਮ ਫਸਲ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਕੁਝ ਫਸਲਾਂ ਨੂੰ ਕੰਟੇਨਰਾਂ ਵਿੱਚ ਸਭ ਤੋਂ ਵਧੀਆ ਢੰਗ ਨਾਲ ਸਟੋਰ ਕੀਤਾ ਜਾਂਦਾ ਹੈ ਜੋ ਹਵਾ ਦੇ ਗੇੜ ਦੀ ਆਗਿਆ ਦਿੰਦੇ ਹਨ, ਜਦੋਂ ਕਿ ਦੂਜੀਆਂ ਨੂੰ ਖਰਾਬ ਹੋਣ ਤੋਂ ਰੋਕਣ ਲਈ ਏਅਰਟਾਈਟ ਕੰਟੇਨਰਾਂ ਦੀ ਲੋੜ ਹੁੰਦੀ ਹੈ।
ਸ਼ੈਲਫ ਲਾਈਫ ਸਟੋਰ ਕੀਤੀਆਂ ਫਸਲਾਂ ਦੀ ਸ਼ੈਲਫ ਲਾਈਫ ਦੀ ਨਿਗਰਾਨੀ ਕਰਨਾ ਅਤੇ ਉਹਨਾਂ ਨੂੰ ਨਿਯਮਿਤ ਤੌਰ ਤੇ ਘੁਮਾਉਣਾ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੁਰਾਣੀਆਂ ਫਸਲਾਂ ਪਹਿਲਾਂ ਵਰਤੀਆਂ ਜਾਣ। ਢੁਕਵੇਂ ਸਟੋਰੇਜ ਅਭਿਆਸਾਂ ਨਾਲ ਕਟਾਈ ਦੀਆਂ ਫਸਲਾਂ ਦੀ ਗੁਣਵੱਤਾ ਅਤੇ ਮਾਤਰਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲ ਸਕਦੀ ਹੈ, ਜਿਸ ਨਾਲ ਕਿਸਾਨ ਆਪਣੀ ਪੈਦਾਵਾਰ ਅਤੇ ਮੁਨਾਫੇ ਨੂੰ ਵੱਧ ਤੋਂ ਵੱਧ ਕਰ ਸਕਦੇ ਹਨ। ਤਾਪਮਾਨ, ਨਮੀ, ਹਵਾਦਾਰੀ, ਕੀਟ ਨਿਯੰਤਰਣ, ਕੰਟੇਨਰ ਦੀ ਕਿਸਮ ਅਤੇ ਸ਼ੈਲਫ ਲਾਈਫ ਲਈ ਸਭ ਤੋਂ ਵਧੀਆ ਅਭਿਆਸਾਂ ਦੀ ਪਾਲਣਾ ਕਰਕੇ, ਕਿਸਾਨ ਇਹ ਯਕੀਨੀ ਬਣਾ ਸਕਦੇ ਹਨ ਕਿ ਉਹਨਾਂ ਦੀਆਂ ਸਟੋਰ ਕੀਤੀਆਂ ਫਸਲਾਂ ਜਿੰਨਾ ਸੰਭਵ ਹੋ ਸਕੇ ਤਾਜ਼ੀ ਅਤੇ ਮੰਡੀਕਰਨ ਯੋਗ ਰਹਿਣ। ਇਸ ਤਰ੍ਹਾਂ ਅਸੀਂ ਅੱਜ ਸਾਇੰਸ ਵਿਸ਼ੇ ਦਾ 8ਵੀਂ ਜਮਾਤ ਦਾ ਚੈਪਟਰ ਪਹਿਲਾ ਫਸਲ ਉਤਪਾਦਨ ਅਤੇ ਪ੍ਰਬੰਧਨ ਬਾਰੇ ਪੜ੍ਹਿਆ ਹੈ। ਇਹ ਟੌਪਿਕ ਪੀਐਸ-ਟੈਟ ਅਤੇ ਸੀ-ਟੈਟ ਦੀ ਸਾਇੰਸ ਵਿਸ਼ੇ ਦੀ ਤਿਆਰੀ ਲਈ ਵੀ ਮਹੱਤਵਪੂਰਨ ਹੈ। ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।